ਜਸ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਮੈਂ ਸੁਖਤ ਰਹਿਣ ਲੈ ਕੇ ਹਾਜ਼ਰ ਹਾਂ ਤੁਹਾਡੇ ਸਾਰੇ ਦਾ ਆਪਣਾ ਪ੍ਰੋਗਰਾਮ ਹੈਲਥ ਪਲੱਸ, ਜਿਸ ਦੇ ਵਿੱਚ ਹਰ ਵਾਰ ਅਸੀਂ ਗੱਲ ਕਰਦੇ ਹਾਂ ਜੀ ਹੈਲਥ ਰਿਲੇਟਿਡ ਤੇ ਬਹੁਤ ਸਾਰੇ ਹੈਲਥ ਰਿਲੇਟਿਡ ਇਸ਼ੂਜ਼ ਦੇ ਨਾਲ ਤੁਹਾਨੂੰ ਹਮੇਸ਼ਾ ਹੀ ਅਵੇਅਰ ਕਰਦੇ ਹਾਂ, ਐਕਸਪਰਟ ਐਡਵਾਈਸ ਵੀ ਦਿਵਾਉਂਦੇ ਹਾਂ। ਤੇ ਅੱਜ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ ਜੀ ਵਾਲਾਂ ਦੇ ਸੰਬੰਧੀ ਕਿ ਕਿਸ ਤਰ੍ਹਾਂ ਆਪਣੀ ਹੇਅਰ ਦੀ ਕੇਅਰ ਕਰ ਸਕਦੇ ਆ, ਔਰ ਇਸ ਬਾਰੇ ਤੁਹਾਨੂੰ ਐਕਸਪਰਟ ਐਡਵਾਈਸ ਦੇਣ ਦੇ ਲਈ ਸਾਡੇ ਅੱਜ ਦੇ ਇਸ ਪ੍ਰੋਗਰਾਮ 'ਚ ਮੌਜੂਦ ਨੇ ਡਾਕਟਰ ਜਯੰਤ ਬਤਰਾ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਇਸ ਪ੍ਰੋਗਰਾਮ ਦੇ ਵਿੱਚ। ਸੋ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਇਹੀ ਸਵਾਲ ਆਉਂਦਾ ਹੈ ਕਿ ਸਾਡੇ ਬਾਲ ਬਹੁਤ ਜ਼ਿਆਦਾ ਟੁੱਟਦੇ ਨੇ, ਚਾਹੇ ਕਿਸੇ ਵੀ ਏਜ 'ਚ ਹੈ, ਚਾਹੇ ਕੁੜੀ ਹੈ, ਚਾਹੇ ਮੁੰਡਾ ਹੈ, ਲੇਡੀਜ਼ ਹੈ, ਬਾਲ ਬਹੁਤ ਜ਼ਿਆਦਾ ਝੜਦੇ ਨੇ, ਹੇਅਰ ਫਾਲਿੰਗ ਹੁੰਦੀ ਹੈ। ਇਹਦਾ ਸਭ ਤੋਂ ਮੇਨ ਰੀਜ਼ਨ ਕੀ ਆ ਕਿ ਕਿਸ ਕਰਕੇ ਹੇਅਰ ਫਾਲਿੰਗ ਬਹੁਤ ਜ਼ਿਆਦਾ ਹੁੰਦੀ ਹੈ? ਜਿਹੜੀ ਆ ਹੇਅਰ ਫਾਲਿੰਗ ਹੁੰਦੀ ਹੈ ਇਹਦੇ ਬਹੁਤ ਰੀਜ਼ਨ ਨੇ, ਇੱਕ ਰੀਜ਼ਨ ਨਹੀਂ ਹੁੰਦਾ, ਕਾਫੀ ਰੀਜ਼ਨ ਨੇ। ਮੋਸਟ ਆਫ ਫੀਮੇਲਸ ਵਿੱਚ ਪਾਇਆ ਜਾਂਦਾ ਹੈ ਜਿਵੇਂ ਹਾਰਮੋਨਲ ਡਿਸਬੈਲੈਂਸ ਕਰਕੇ ਹੁੰਦਾ। ਮੇਲਸ ਵਿੱਚ ਕੀ ਹੁੰਦਾ, ਮੇਲ ਪੈਟਰਨਸ ਬਾਲਨੈਸ ਹੁੰਦਾ, ਐਮਪੀਬੀ ਬੋਲਦੇ ਆ ਇਹਨੂੰ, ਜਿਹੜਾ ਕਿ ਜੈਨੇਟਿਕ ਵੀ ਹੋ ਸਕਦਾ। ਤੇ ਮੋਸਟ ਆਫ ਕੀ ਹੁੰਦਾ, ਟੈਸਟੋਸਟੇਰੋਨ ਜਿਹੜਾ ਹਾਰਮੋਨ ਹੁੰਦਾ ਡੀਹਾਈਡਰੋਟੈਸਟੋਨ ਵਿੱਚ ਕਨਵਰਟ ਹੋ ਜਾਂਦਾ, ਤਾਂ ਕਰਕੇ ਹੇਅਰ ਫਾਲਿੰਗ ਸਟਾਰਟ ਹੁੰਦੀ ਹੈ। ਤੇ ਜਦ ਹੇਅਰ ਫਾਲਿੰਗ ਹੋ ਜਾਂਦੀ ਹੈ ਤੇ ਇਹਨੂੰ ਰੋਕਣ ਦੇ ਲਈ ਸਭ ਤੋਂ ਜ਼ਿਆਦਾ ਵਧੀਆ ਕੀ ਤਰੀਕਾ ਆ? ਕਿ ਹੇਅਰ ਫਾਲਿੰਗ ਹਰ ਕੋਈ ਰੋਕਣਾ ਚਾਹੁੰਦਾ ਹੈ ਕਿ ਸਾਡੇ ਬਾਲ ਜਿਹੜੇ ਵਧੀਆ ਰਹਿਣ, ਅੱਛੀ ਲੈਂਥ ਦੇ ਵਿੱਚ ਰਹਿਣ, ਲੇਕਿਨ ਹੇਅਰ ਫਾਲਿੰਗ ਰੋਕਣੀ ਹੈ, ਸੋ ਕਿਸ ਤਰ੍ਹਾਂ ਰੋਕ ਸਕਦੇ ਹਨ? ਰੋਕਣ ਦੇ ਕਈ ਮੈਥਡ ਨੇ। ਫਸਟ ਆਫ ਆਲ ਵੀ ਯੂਜ਼ ਕਰਦੇ ਹਾਂ ਪਹਿਲਾਂ ਮੈਡੀਸਿਨਲ ਮੈਥਡ। ਓਕੇ, ਜੇ ਉਹ ਸਕਸੈਸਫੁਲ ਹੁੰਦਾ ਹੈ ਤਾਂ ਬਹੁਤ ਵਧੀਆ ਗੱਲ ਹੈ, ਜੇ ਉਹ ਸਕਸੈਸਫੁਲ ਨਹੀਂ ਹੁੰਦਾ ਤਾਂ ਆਪਾਂ ਜਾਂਦੇ ਹਾਂ ਸਰਜਰੀ ਵੱਲ। ਓਕੇ, ਮੈਡੀਸਿਨਲ ਮੈਥਡ ਜਿਹੜਾ ਤੁਸੀਂ ਕਿਹਾ ਦੇ ਵਿੱਚ ਕਿ ਮੈਡੀਸਿਨ ਜਿਹੜੀਆਂ ਹੈਗੇ ਨੇ ਉਹ ਰਿਕਮੈਂਡ ਕੀਤੀਆਂ ਜਾਂਦੀਆਂ, ਉਹ ਲੈਣੀਆਂ ਪੈਂਦੀਆਂ ਪਹਿਲਾਂ? ਬਿਲਕੁਲ ਬਿਲਕੁਲ। ਓਕੇ, ਤੇ ਸਿਰਫ ਮੈਡੀਸਿਨ ਜਾਂ ਕੁਝ ਆਇਲ ਵੀ ਲਗਾਉਣ ਨੂੰ ਦਿੱਤਾ ਜਾਂਦਾ? ਮੈਡੀਸਿਨ ਨਾਲ ਆਇਲ ਵੀ ਹੁੰਦਾ ਹੈ, ਸ਼ੈਂਪੂ ਵੀ ਹੁੰਦਾ ਹੈ, ਪੂਰਾ ਪ੍ਰੋਸੀਜਰ ਹੁੰਦਾ ਹੈ, ਮਤਲਬ ਪੂਰੀ ਕਿਟ ਪ੍ਰੋਵਾਈਡ ਕੀਤੀ ਜਾਂਦੀ ਹੈ ਪੇਸ਼ੈਂਟ ਨੂੰ। ਓਕੇ, ਜੇ ਉਹ ਕਾਰਗਰ ਨਹੀਂ ਹੁੰਦਾ ਤਾਂ ਆਪਾਂ ਸਰਜਰੀ ਪ੍ਰੋਵਾਈਡ ਕਰਦੇ ਹਾਂ। ਜੇ ਕੋਈ ਪੇਸ਼ੈਂਟ ਸਰਜਰੀ ਵੀ ਨਹੀਂ ਕਰਾ ਸਕਦਾ ਤਾਂ ਉਹਦਾ ਵੀ ਆਪਸ਼ਨ ਹੈ ਸਾਡੇ ਕੋਲ। ਆਲਰਾਈਟ, ਤੇ ਉਹ ਵੀ ਆਪਸ਼ਨ ਅਸੀਂ ਜਾਣਾਂਗੇ, ਸਾਰੇ ਆਪਸ਼ਨਸ ਦੇ ਬਾਰੇ ਗੱਲਬਾਤ ਕਰਾਂਗੇ ਤੇ ਨਾਲ ਹੀ ਆਪਣੇ ਵਿਊਅਰਸ ਨੂੰ ਦੱਸ ਦਿੰਦੇ ਹਾਂ ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਵਾਲਾਂ ਦੇ ਸੰਬੰਧੀ ਗੱਲਬਾਤ ਕਰ ਰਹੇ ਹਾਂ। ਅਗਰ ਤੁਹਾਨੂੰ ਲੱਗਦਾ ਹੈ ਹੇਅਰ ਰਿਲੇਟਿਡ ਕੋਈ ਇਸ਼ੂ ਤੁਹਾਡੇ ਜਾਂ ਘਰ ਦੇ ਵਿੱਚ ਕਿਸੇ ਦੇ ਬਾਲ ਬਹੁਤ ਜ਼ਿਆਦਾ ਝੜਦੇ ਨੇ ਜਾਂ ਲੈਂਥ ਵਧਾਉਣਾ ਚਾਹੁੰਦੇ ਨੇ, ਬਾਲ ਸਫੇਦ ਹੋ ਗਏ ਨੇ, ਤੇ ਕੋਈ ਵੀ ਵਾਲਾਂ ਸੰਬੰਧੀ ਤੁਸੀਂ ਸਵਾਲ ਪੁੱਛਣਾ ਚਾਹੁੰਦੇ ਹੋ, ਅੱਜ ਪ੍ਰੋਗਰਾਮ ਹੈਲਥ ਪਲੱਸ ਦੇ ਵਿੱਚ ਪੁੱਛ ਸਕਦੇ ਹੋ। ਨੰਬਰ ਤੁਹਾਡੇ ਸਾਰਿਆਂ ਦੀ ਟੈਲੀਵਿਜ਼ਨ ਸਕਰੀਨ ਤੇ ਹੈ ਜੀ। ਡਾਕਟਰ ਜਯੰਤ ਬਤਰਾ ਸਾਡੇ ਨਾਲ ਨੇ। ਸੋ ਸੈਕਿੰਡ ਮੈਥਡ ਦੀ ਆਪਾਂ ਗੱਲ ਕਰਦੇ ਹਾਂ, ਹੇਅਰ ਟ੍ਰਾਂਸਪਲਾਂਟ ਸਰਜਰੀ। ਸੋ ਇਹ ਸਰਜਰੀ ਕੀ ਪ੍ਰੋਸੀਜਰ ਕੀ ਹੈ, ਕਿੰਨਾ ਲੋਕਾਂ ਨੂੰ ਰਿਕਮੈਂਡ ਕੀਤੀ ਜਾਂਦੀ ਹੈ ਸਰਜਰੀ? ਸਰਜਰੀ ਉਹਨਾਂ ਪੇਸ਼ੈਂਟ ਨੂੰ ਰਿਕਮੈਂਡ ਕੀਤੀ ਜਾਂਦੀ ਹੈ ਜਿਹੜੇ ਪੇਸ਼ੈਂਟ ਮੈਡੀਸਿਨ ਕਰਾ ਕੇ ਥੱਕ ਗਏ ਨੇ, ਅੱਕ ਗਏ ਨੇ, ਉਹਨਾਂ ਨੂੰ ਕੋਈ ਰਿਜ਼ਲਟ ਨਹੀਂ ਮਿਲ ਰਿਹਾ, ਤਾਂ ਕਰਕੇ ਆਪਾਂ ਸਰਜਰੀ ਕਰਾਉਂਦੇ ਹਾਂ। ਜਾਂ ਜਿਹੜੇ ਪੇਸ਼ੈਂਟ ਸਾਡੇ ਕੋਲ ਆਉਂਦੇ ਨੇ ਕਹਿੰਦੇ ਨੇ 5 ਮਹੀਨਿਆਂ ਦਾ ਟਾਈਮ ਨਹੀਂ ਸਾਡੇ ਕੋਲ, ਬਸ ਮਿੰਟਾਂ 'ਚ ਕਰ ਦਿਓ, ਵਾਲ ਚਾਹੀਦੇ ਆ, ਵਾਲ ਚਾਹੀਦੇ ਨੇ ਉਹਨਾਂ ਨੂੰ, ਤਾਂ ਉਹਨਾਂ ਨੂੰ ਆਪਾਂ ਰਿਕਮੈਂਡ ਕਰੀਦੀ ਹੈ। ਓਕੇ, ਜੀ, ਤੇ ਤੀਸਰਾ ਮੈਥਡ ਉਹ ਵੀ ਤੁਸੀਂ ਦੱਸ ਦਿਓ, ਤੀਸਰਾ ਮੈਥਡ ਕੀ ਹੈ? ਇਹ ਥੋੜਾ ਸਸਪੈਂਸ। ਓਕੇ, ਚਲੋ ਇਹ ਸਸਪੈਂਸ ਨੂੰ ਅਸੀਂ ਬਾਅਦ ਚੋਂ ਡਿਸਕਲੋਜ਼ ਕਰਦੇ ਹਾਂ। ਤੇ ਫਿਰ ਹੇਅਰ ਫਾਲਿੰਗ ਤੋਂ ਬਾਅਦ ਜਿਹੜੀ ਸੈਕਿੰਡ ਦਿੱਕਤ ਆਉਂਦੀ ਹੈ ਡੈਂਡਰਫ ਨੂੰ ਲੈ ਕੇ। ਡੈਂਡਰਫ ਬਹੁਤ ਜ਼ਿਆਦਾ ਹੈ, ਡੈਂਡਰਫ ਹੋਣ ਦੇ ਕੀ ਕਾਰਨ ਨੇ ਜੀ? ਡੈਂਡਰਫ ਹੋਣ ਦੇ ਇਹਦੇ ਵੀ 2-3 ਕਾਰਨ ਨੇ। ਜੇ ਤੁਸੀਂ ਹਾਈਜੀਨਿਕ ਨਹੀਂ ਰਹੋਗੇ, ਬਾਲਾਂ ਦਾ ਪ੍ਰੋਪਰ ਧਿਆਨ ਨਹੀਂ ਰੱਖੋਗੇ, ਜੇ ਤੁਸੀਂ ਡਰਾਇਰ ਜ਼ਿਆਦਾ ਫੇਰੋਗੇ, ਡਰਾਈ ਹੋ ਜਾਂਦੇ ਨੇ ਬਾਲ। ਸਾਡੀ ਜਿਹੜੀ ਸਕਿਨ ਹੈਗੀ ਉਹਦੇ 'ਚ ਸੀਬਮ ਗਲੈਂਡ ਹੁੰਦੇ ਨੇ। ਸੀਬਮ ਗਲੈਂਡ ਦਾ ਕੰਮ ਕੀ ਹੁੰਦਾ, ਇੱਕ ਤਰ੍ਹਾਂ ਦਾ ਆਇਲ ਪ੍ਰੋਡਿਊਸ ਕਰਦੇ ਨੇ, ਸੀਬਮ ਪ੍ਰੋਡਿਊਸ ਕਰਦੇ ਨੇ। ਓਕੇ, ਤੇ ਜੇ ਆਪਾਂ ਉਹਦੇ ਉੱਤੇ ਵੀ ਤੇਲ ਲਾਵਾਂਗੇ, ਤੇਲ ਮਿਕਸ ਹੋ ਕੇ ਉਹ ਡੈਂਡਰਫ ਦੀ ਸ਼ਕਲ ਲੈ ਜਾਂਦਾ ਹੈ। ਬਟ ਕਈ ਆਪਾਂ ਜਿਵੇਂ ਆਮ ਭਾਸ਼ਾ 'ਚ ਕਹਿ ਦਿੰਦੇ ਖੁਸ਼ਕੀ ਹੋ ਗਈ ਹੈ, ਖਾਰਿਸ਼ ਹੋ ਰਹੀ ਹੈ, ਲਾ ਵੀ ਤੇਲ ਲਾ ਲਾ ਠੀਕ ਹੋ ਜਾਏਗਾ। ਉਹ ਤੇਲ ਲਾਉਣ ਨਾਲ ਠੀਕ ਹੋਣ ਦੀ ਥਾਂ ਤੇ ਉਹ ਵੱਧ ਜਾਂਦਾ ਕੰਮ ਜ਼ਿਆਦਾ। ਮਤਲਬ ਜਿਨ੍ਹਾਂ ਦੇ ਸਕਲਪ ਇੱਕਦਮ ਰਫ ਹੋ ਚੁੱਕੇ ਆ, ਹੋਰ ਹੇਅਰ ਆਇਲਿੰਗ ਕਰਦੇ ਆ ਤੇ ਜ਼ਿਆਦਾ ਉਹਨਾਂ ਨੂੰ ਦਿੱਕਤ ਆਉਂਦੀ ਹੈ। ਸੋ ਇਹੋ ਜਿਹੀ ਸਿਚੁਏਸ਼ਨ 'ਚ ਕੀ ਕਰਨਾ ਚਾਹੀਦਾ ਆ? ਇਹਦੇ 'ਚ ਆਪਾਂ ਪ੍ਰੈਸਕ੍ਰਾਈਬ ਕਰਦੇ ਹਾਂ ਮੈਡੀਸਿਨ। ਓਕੇ, ਜੇ ਮੈਡੀਸਿਨ ਨਾਲ ਉਹ ਠੀਕ ਨਹੀਂ ਹੋ ਰਿਹਾ ਤਾਂ ਫਰਦਰ ਟ੍ਰੀਟਮੈਂਟ ਨਹੀਂ ਹੁੰਦੇ। ਓਕੇ, ਜਿਵੇਂ ਸਾਡੇ ਕੋਲ ਹੈਗਾ ਹਰਬਲ ਸਪਾ। ਇਹਦੇ 'ਚ ਆਪਾਂ 13 ਜੜੀ ਬੂਟੀਆਂ ਦਾ ਮਿਕਸਚਰ ਬਣਾ ਕੇ ਕਰੀਮ ਤਿਆਰ ਕੀਤੀ ਹੈ। ਇਹਦੇ ਨਾਲ ਕੀ ਹੈ, ਡੈਂਡਰਫ, ਆਇਲਿੰਗ ਜਿਹੜੀ ਆ ਚੀਜ਼ ਹੈਗੀ, ਕੰਡੀਸ਼ਨਰ ਮਿਲਦਾ ਹੈ ਬਾਲਾਂ ਨੂੰ, ਜਿੰਦੇ ਰਫ ਬਾਲ ਬਹੁਤ ਰਹਿੰਦੇ ਨੇ, ਉਹਨਾਂ ਵਾਸਤੇ ਆਪਾਂ ਕਰੀਮ ਪ੍ਰੈਸਕ੍ਰਾਈਬ ਕਰਦੇ ਹਾਂ। ਓਕੇ, ਤੇ ਜਿਹੜਾ ਤੁਸੀਂ ਹਰਬਲ ਸਪਾ ਦੀ ਗੱਲ ਕਰ ਰਹੇ ਹੋ ਡਾਕਟਰ ਸਾਹਿਬ, ਕੀ ਹੈ ਹੇਅਰ ਸਪਾ ਸਿਰਫ ਡੈਂਡਰਫ ਜਿਨ੍ਹਾਂ ਦੀ ਦਿੱਕਤ ਹੈ, ਜਿਨ੍ਹਾਂ ਨੂੰ ਸ਼ਿਕਾਇਤ, ਉਹ ਕਰਵਾ ਸਕਦੇ ਨੇ, ਜਾਂ ਅਦਰਵਾਈਜ਼ ਕੋਈ ਆਪਣੀ ਵੈਸੇ ਹੇਅਰ ਦੀ ਕੇਅਰ ਕਰਨਾ ਚਾਹੁੰਦਾ ਉਹ ਵੀ ਕਰਵਾ ਸਕਦੇ ਨੇ? ਇਹ ਨਾਰਮਲ ਪੀਪਲ ਵੀ ਕਰਾ ਸਕਦੇ ਨੇ। ਜਿਹੜਾ ਡੈਂਡਰਫ ਤੋਂ ਸਫਰ ਕਰ ਰਿਹਾ ਉਹਦੇ ਵਾਸਤੇ ਤਾਂ ਹੈਗਾ ਹੀ ਹੈਗਾ। ਜਿਹੜੇ ਆਪਣੇ ਬਾਲਾਂ ਦੀ ਕੇਅਰ ਕਰਨਾ ਚਾਹੁੰਦਾ, ਜਿਵੇਂ ਅੱਜ ਕੱਲ ਯੰਗਸਟਰ ਨੂੰ ਤੁਸੀਂ ਵੇਖ ਲਓ, ਸਪਾ ਕਰਾਉਂਦੇ ਨੇ ਸੈਲੂਨ 'ਚ ਜਾ ਕੇ, ਬਿਊਟੀ ਪਾਰਲਰ 'ਚ ਜਾ ਕੇ, ਬਟ ਉਹ ਜਿਹੜਾ ਸਪਾ ਕਰਾਉਂਦੇ ਨੇ ਉਹ ਜਿਹੜੀ ਕਰੀਮ ਹੁੰਦੀ ਹੈ ਉਹ ਕੈਮੀਕਲ ਬੇਸਡ ਹੁੰਦੀ ਹੈ। ਬਟ ਜਿਹੜੀ ਸਾਡੇ ਕੋਲ ਹੈਗੀ ਆਪਾਂ ਪ੍ਰੋਵਾਈਡ ਕਰਦੇ ਹਾਂ ਉਹ ਪਿਓਰ ਹਰਬਲ ਹੈ। ਉਹ 13 ਜੜ੍ਹਾਂ ਬੂਟੀਆਂ ਨਾਲ ਬਣਾ ਕੇ ਮਿਲਾ ਕੇ ਉਹਨਾਂ ਨੂੰ ਫਿਰ ਬਣਾਈ। ਸੋ ਅਸੀਂ ਇੱਕ ਸਵਾਲ ਲੈ ਲੈਂਦੇ ਹਾਂ, ਸਾਡੇ ਨਾਲ ਕਾਲਰ ਆ ਜੁੜੇ ਨੇ। ਹੈਲੋ,
हेलो, ਸਤਿ ਸ਼੍ਰੀ ਅਕਾਲ ਜੀ। सत श्री अकाल जी। मैं सतविंदर बोल रहा जी, वाशिंगटन तो। ਹਾਂਜੀ ਸਤਵਿੰਦਰ ਜੀ, ਤੁਸੀਂ ਸਵਾਲ ਪੁੱਛ ਸਕਦੇ ਹੋ ਡਾਕਟਰ ਜयंत ਮਹਿਤਾ ਨੂੰ। देखिए मेरी उम्र, मेरी डाइट भी सब कुछ हो गया, लेकिन मेरी प्री मैच्योरिंग ग्रे जो है, प्री मैच्योर ग्रे बहुत ज्यादा बाल हो गए ने। कुछ दसणगे ਉਹਦੇ ਬਾਰੇ ਵੀ? ਓਕੇ ਜੀ, ਸ਼ੁਕਰੀਆ ਤੁਹਾਡੇ ਸਵਾਲ ਦੇ ਲਈ। ਸੋ ਸਵਾਲ ਤੁਸੀਂ ਸੁਣ ਲਿਆ ਡਾਕਟਰ ਬਤਰਾ। ਹਾਂਜੀ ਕੀ ਨਾਂ ਦੱਸਿਆ ਜੀ? ਜੀ ਸਤਵੰਤ ਇਹਨਾਂ ਨੇ ਨਾਮ ਦੱਸਿਆ ਸੀਗਾ। ਸੋ ਇਹਨਾਂ ਨੇ ਸਵਾਲ ਪੁੱਛਿਆ ਹੈਗਾ ਹੈ ਤੇ ਇਹਨਾਂ ਨੇ ਜਿਸ ਤਰ੍ਹਾਂ ਪੁੱਛਿਆ ਹੈ ਕਿ ਇਹਨਾਂ ਨੂੰ ਜੋ ਦਿੱਕਤ ਆ ਰਹੀ ਹੈ ਤੇ ਉਸ ਦੇ ਲਈ ਬੈਟਰ ਸੋਲੂਸ਼ਨ ਕੀ ਹੈ। ਸਤਵੰਤ ਜੀ ਜੀ ਕਾਲ ਉਹਨਾਂ ਦੀ ਡਿਸਕਨੈਕਟ ਹੋ ਗਈ ਹੈ। ਅਸੀਂ Okay. ਸਿਰਫ ਸਵਾਲ ਲਵਾਂਗੇ ਜੀ। ਡਾਕਟਰ ਸਾਹਿਬ ਸਵਾਲ ਸਾਡੇ ਤੋਂ ਸਾਡੀ ਕਾਲਰਸ ਪੁੱਛ ਲੈਣਗੇ ਤੇ ਜਵਾਬ ਉਹ ਟੈਲੀਵਿਜ਼ਨ ਤੇ ਸੁਣ ਸਕਦੇ ਸਵਾਲ ਦੁਬਾਰਾ ਦੱਸੋ ਜੀ। ਤੇ ਹੋ ਸਕੇ ਤਾਂ ਤੁਸੀਂ ਇੱਕ ਵਾਰ ਫਿਰ ਤੋਂ ਦੁਬਾਰਾ ਕਾਲ ਕਰਕੇ ਆਪਣਾ ਸਵਾਲ ਪੁੱਛ ਸਕਦੇ ਹੋ। ਸੋ ਜਿਵੇਂ ਕੰਡੀਸ਼ਨਰ ਦੀ ਗੱਲ ਹੋ ਗਈ ਹੈ, ਇੱਕ ਸਭ ਤੋਂ ਅਹਿਮ ਗੱਲ ਆ ਜਾਂਦੀ ਹੈ ਕਿ ਕਈ ਲੋਕ ਜਿਵੇਂ ਕਿ ਆਪਾਂ ਸਟਾਰਟਿੰਗ ਤੇ ਜਿਸ ਤਰ੍ਹਾਂ ਹੁੰਦਾ ਹੈ ਕਿ ਉਸੇ ਤਰ੍ਹਾਂ ਹੀ ਉਹੀ ਟੈਕਨੀਕਸ ਨੂੰ ਫੋਲੋ ਕਰਦੇ ਆ ਜਿੱਦਾਂ ਹੇਅਰ ਵਾਸ਼ ਦੀ ਹੈ। ਕਈ ਲੋਕ ਹੇਅਰ ਵਾਸ਼ ਦੀ ਟੈਕਨੀਕ ਜਿੱਦਾਂ ਬਹੁਤ ਚਲੋ ਮੈਂ ਇਸ ਬਾਰੇ ਦੁਬਾਰਾ ਪੁੱਛਾਂਗੀ। ਪਹਿਲਾਂ ਅਸੀਂ ਇੱਕ ਸਵਾਲ ਲੈ ਲੈਂਦੇ ਹਾਂ। ਸਾਡੇ ਨਾਲ ਕਾਲਰ ਆ ਜੁੜੇ ਨੇ। ਹੈਲੋ, ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ। ਜੀ ਕੌਣ ਬੋਲ ਰਹੇ ਹੋ? ਹਾਂਜੀ ਮੈਂ ਡਾਕਟਰ ਸਾਹਿਬ ਨਾਲ, ਹਾਂਜੀ ਡਾਕਟਰ ਸਾਹਿਬ ਨਾਲ ਗੱਲ ਕਰਨੀ ਸੀ। ਹਾਂਜੀ ਹਾਂਜੀ ਜੀ, ਸਵਾਲ ਪੁੱਛੋ ਤੁਸੀਂ ਆਪਣਾ। ਹਾਂਜੀ ਮੈਂ ਪੁੱਛਣਾ ਸੀ, ਮੇਰੇ ਨਾ ਗੋਡਿਆਂ ਤੋਂ ਥੱਲੇ ਥੱਲੇ ਪੈਰਾਂ ਤੇ ਲੱਤਾਂ ਤੇ ਖਾਰਸ਼ ਬਹੁਤ ਹੁੰਦੀ ਹੈ। ਮਾਫੀ ਚਾਹਾਂਗੀ ਜੀ, ਲੇਕਿਨ ਅੱਜ ਤੇ- ਅਸੀਂ ਜੋ ਗੱਲਬਾਤ ਕਰ ਰਹੇ ਹਾਂ ਜੀ ਉਹ ਵਾਲਾਂ ਦੇ ਸੰਬੰਧੀ ਕਰ ਰਹੇ ਹਾਂ ਕਿ ਅਗਰ ਹੇਅਰ ਰਿਲੇਟਡ ਕੋਈ ਪਰੇਸ਼ਾਨੀ ਹੈ, ਵਾਲ ਝੜਦੇ ਨੇ ਜਾਂ ਟੁੱਟਦੇ ਨੇ, ਸੋ ਬਾਲਾਂ ਦੇ ਨਾਲ ਤਾਂ ਨਹੀਂ ਇਹਦਾ ਕੋਈ ਸੰਬੰਧ ਹੈਗਾ ਜੀ। ਇਹਦੇ ਨਾਲ ਨਹੀਂ। ਓਕੇ, ਈਚਿੰਗ ਦਾ ਬਾਲਾਂ ਨਾਲ ਤਾਂ ਕੋਈ ਸੰਬੰਧਿਤ ਨਹੀਂ ਹੈ, ਲੇਕਿਨ ਵਾਲਾਂ ਦੇ ਸੰਬੰਧੀ ਕੋਈ ਸਵਾਲ ਤੁਸੀਂ ਪੁੱਛਣਾ ਚਾਹੁੰਦੇ ਹੋ ਪੁੱਛ ਸਕਦੇ ਹੋ। ਹਾਂਜੀ ਮੈਨੂੰ ਪਹਿਲਾਂ ਨਾ ਉਹ ਚੱਲਦਾ ਨਹੀਂ ਸੀ, ਠੀਕ ਨਹੀਂ ਚੱਲਦਾ ਸੀ, ਮੈਂ ਸੁਣਿਆ ਨਹੀਂ, ਸੁਣਦਾ ਨਹੀਂ ਸੀ ਕੋਈ ਕੀ ਗੱਲ ਕਹਿੰਦੇ, ਨਹੀਂ ਤਾਂ ਮੈਂ ਪੁੱਛਣਾ ਨਹੀਂ ਸੀਗਾ। ਜੀ ਜੀ, ਹਾਂ ਸੌਰੀ। ਕੋਈ ਗੱਲ ਨਹੀਂ ਜੀ, ਧੰਨਵਾਦ ਤੁਹਾਡੀ ਕਾਲ ਦੇ ਲਈ। ਧੰਨਵਾਦ। ਸੋ ਮੈਂ ਇੱਕ ਵਾਰ ਫਿਰ ਤੋਂ ਦੱਸਣਾ ਚਾਹਾਂਗੀ ਆਪਣੇ ਵਿਊਅਰਸ ਨੂੰ ਜੋ ਇਸ ਪ੍ਰੋਗਰਾਮ ਨੂੰ ਵੇਖ ਰਹੇ ਹਨ ਹੈਲਥ ਪਲੱਸ ਨੂੰ। ਅੱਜ ਅਸੀਂ ਗੱਲ ਕਰਦੇ ਪਏ ਜੀ ਵਾਲਾਂ ਦੇ ਸੰਬੰਧੀ। ਅਗਰ ਤੁਹਾਨੂੰ ਵਾਲਾਂ ਦੇ ਸੰਬੰਧੀ ਕੋਈ ਵੀ ਦਿੱਕਤ ਆ ਰਹੀ, ਸ਼ਿਕਾਇਤ ਆ ਰਹੀ, ਤੁਸੀਂ ਸਵਾਲ ਪੁੱਛ ਸਕਦੇ ਹੋ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਕੌਣ ਬੋਲ ਰਹੇ ਹੋ ਜੀ ਤੁਸੀਂ? ਅਸੀਂ ਇੱਥੋਂ ਬੋਲਦੇ ਆ ਅਮਰੀਕਾ ਤੋਂ, ਯੂਐਸਏ ਤੋਂ, ਹਾਂਜੀ ਹਾਂਜੀ ਤੇ ਜੀ ਬਫਲੋ ਤੋਂ। ਤੇ ਇਸ ਤਰ੍ਹਾਂ ਆ ਵੀ ਮੇਰੇ ਨਾ ਸਾਰੇ ਸਰੀਰ 'ਚ ਜਿਸ ਤਰ੍ਹਾਂ ਵੀ ਇੱਕਦਮ ਬੋਨ ਸਾਰੀ ਨਿੱਕਾ ਨਿੱਕਾ ਜੁਆਇੰਟ ਦਰਦ ਕਰ ਰਿਹਾ। ਓਕੇ, ਜੁਆਇੰਟ ਪੇਨ। ਹਾਂ ਓਕੇ ਜੀ, ਤੇ ਇਹਦੇ ਬਾਰੇ ਡਾਕਟਰ ਸਾਹਿਬ ਨੂੰ ਜਰਾ ਕੋਈ ਗੱਲ ਕਰਾ ਦਿਓ। ਜ਼ਰੂਰ ਜੀ, ਧੰਨਵਾਦ ਤੁਹਾਡੇ ਸਵਾਲ ਦੇ ਲਈ। ਵੈਸੇ ਮੈਂ ਇੱਕ ਵਾਰ ਫਿਰ ਤੋਂ ਆਪਣੇ ਵਿਊਅਰਸ ਨੂੰ ਦੱਸਣਾ ਚਾਹਾਂਗੀ, ਅਸੀਂ ਵਾਲਾਂ ਦੇ ਸੰਬੰਧੀ ਅੱਜ ਗੱਲਬਾਤ ਕਰਦੇ ਪਏ ਹਾਂ ਕਿ ਅਗਰ ਤੁਹਾਡੇ ਵਾਲ ਬਹੁਤ ਜ਼ਿਆਦਾ ਟੁੱਟਦੇ ਨੇ ਜਾਂ ਸਕਿਨ ਦੇ ਸੰਬੰਧੀ ਅਗਰ ਤੁਸੀਂ ਕੋਈ ਵੀ ਸਵਾਲ ਪੁੱਛਣਾ ਚਾਹੁੰਦੇ ਹੋ ਤੇ ਡਾਕਟਰ ਸਾਹਿਬ ਜਿਵੇਂ ਕਿ ਜੁਆਇੰਟ ਪੇਨ ਜਾਂ ਬਾਡੀ ਪੇਨ ਜਿਸ ਤਰ੍ਹਾਂ ਹੁੰਦੀ ਹੈ ਉਹਦਾ ਸਾਡੇ ਹੇਅਰ ਦੇ ਰਿਲੇਟਡ ਤਾਂ ਕੁਝ ਹੇਅਰ ਨਾਲ ਰਿਲੇਟਡ ਨਹੀਂ ਇਹਦਾ। ਆਯੁਰਵੇਦ ਵਿੱਚ ਕਨਸੈਪਟ ਵੇਖੀਏ ਤਾਂ ਵਾਤ ਜਿਨ੍ਹਾਂ ਦਾ ਵੱਧ ਜਾਂਦਾ। ਬੋਨ ਬਾਰੇ ਨਹੀਂ ਦੱਸਦੇ? ਨਹੀਂ ਜੀ, ਅੱਜ ਆਪਾਂ ਗੱਲ ਕਰਦੇ ਪਏ ਹਾਂ ਵਾਲਾਂ ਦੇ ਸੰਬੰਧੀ। ਤੇ ਧੰਨਵਾਦ ਤੁਹਾਡੀ ਕਾਲ ਦੇ ਲਈ ਜੀ। ਅਗਲੀ ਕਾਲ ਲੈਣੀ ਹੈ ਮੈਂ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ ਮੈਂ ਡਾਕਟਰ ਸਾਹਿਬ ਨਾਲ ਗੱਲ ਕਰਾਇਆ। ਮੇਰੇ ਨਾ ਵਾਲ ਬਹੁਤ ਝੜਦੇ ਆ, ਜਿੱਦਾਂ ਸਿਰ ਐਨ ਹੋ ਨਾ ਉੱਪਰੋਂ ਦਿਸਦਾ ਆ ਮੇਰਾ ਮਾਸ ਹੈ ਨਾ, ਵਾਲ ਮੇਰੇ ਬਹੁਤ ਝੜਦੇ ਆ, ਬਹੁਤ ਵੇਲੇ ਹੋ ਗਏ। ਇਹ ਕੀ ਵਜ੍ਹਾ, ਮੇਰੀ ਗੱਲ ਕਰਾਉਂਗੇ ਜਰਾ? ਜੀ, ਸੋ ਇਹਨਾਂ ਦੇ ਵਾਲ ਬਹੁਤ ਜ਼ਿਆਦਾ ਝੜਦੇ ਨੇ। ਧੰਨਵਾਦ ਤੁਹਾਡੇ ਸਵਾਲ ਦੇ ਲਈ ਆਂਟੀ ਜੀ। ਤੁਸੀਂ ਇਹਦਾ ਜਵਾਬ ਟੈਲੀਵਿਜ਼ਨ ਤੇ ਸੁਣ ਸਕਦੇ ਹੋ। ਜੀ ਡਾਕਟਰ ਸਾਹਿਬ। ਹਾਂਜੀ, ਇਸ ਕਰਕੇ ਆ ਪੇਸ਼ੈਂਟ ਜਿਹੜੇ ਨੇ ਫੀਮੇਲ ਪੇਸ਼ੈਂਟ ਸੀ, ਇਹਨਾਂ ਦੇ ਹੁਣ ਕਈ ਰੀਜ਼ਨ ਹੋ ਸਕਦੇ ਨੇ। ਹਿਸਟਰੀ ਆਪਾਂ ਪੂਰੀ ਲੈਂਦੀ ਹੈ, ਉਸ ਤੋਂ ਬਾਅਦ ਆਪਾਂ ਕਨਫਰਮ ਕਰੀਦਾ ਕੀ ਰੀਜ਼ਨ ਹੈ, ਕਿਉਂ ਝੜ ਰਹੇ ਨੇ ਵਾਲ। ਕਿਉਂਕਿ ਨਾਰਮਲ ਜਿਹੜੇ ਵਾਲ ਝੜਦੇ ਨੇ 5 ਤੋਂ 10 ਵਾਲ ਸਾਰਿਆਂ ਦੇ ਝੜਦੇ ਨੇ, ਬਟ ਆਊਟ ਆਫ ਜੇ ਇਹਦੀ ਕੁਆਂਟੀਟੀ ਵੱਧ ਜਾਏ 50 100, ਇਹ ਅਬਨੋਰਮਲ ਕੇਸ ਹੋ ਜਾਂਦਾ ਹੈ। ਜੀ ਓਕੇ, ਸੋ ਅਸੀਂ ਅਗਲਾ ਸਵਾਲ ਲੈਣੇ ਹਾਂ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਆਂਟੀ, ਸਤਿ ਸ਼੍ਰੀ ਅਕਾਲ ਆਂਟੀ ਜੀ। ਸਵਾਲ ਪੁੱਛੋ ਤੁਸੀਂ ਆਪਣਾ ਡਾਕਟਰ ਸਾਹਿਬ ਨੂੰ। ਮੇਰਾ ਬੇਟਾ ਵੀ 5 ਸਾਲ ਦਾ, ਓਕੇ, ਤੇ ਉਹਨਾਂ ਦੇ ਨਾ ਸਿਰ 'ਚ ਖਾਜ ਬੜੀ ਆਂਟੀ ਜੀ ਤੁਹਾਡੀ ਆਵਾਜ਼ ਨਾ ਕੱਟ ਕੇ ਬਹੁਤ ਆ ਰਹੀ ਹੈ। ਇੱਕ ਵਾਰ ਦੁਬਾਰਾ ਸਵਾਲ ਪੁੱਛ ਲਓ, ਆਵਾਜ਼ ਬਹੁਤ ਜ਼ਿਆਦਾ ਡਿਸਟਰਬੈਂਸ ਹੈ, ਨਹੀਂ ਤਾਂ ਤੁਸੀਂ ਡਿਸਕਨੈਕਟ ਕਰਕੇ ਦੁਬਾਰਾ ਕਾਲ ਕਰ ਲਓ। ਤੁਹਾਡੀ ਆਵਾਜ਼ ਨਹੀਂ ਮੈਂ ਨਹੀਂ ਹੁਣ ਨਿਕਟਿੰਗ ਸੁਣਿਓ। ਮੇਰੀ ਬੇਟਾ ਨਾ ਤੇ ਉਹਨਾਂ ਦੇ ਨਾ ਵਾਲਾਂ 'ਚ ਖਾਰਜ ਬੜੀ ਹੁੰਦੀ ਹੈ ਤੇ ਉਹ ਫਿੰਸੀ ਜਿਹੀ ਹੋ ਜਾਂਦੀ, ਜਿਵੇਂ ਪਾਣੀ 'ਚ ਭਰ ਜਾਂਦਾ। ਓਕੇ, ਬਾਅਦ ਨੂੰ ਫਿਰ ਖਾਰਜ ਕਰਦਾ ਤੇ ਉਹ ਰੇਸ਼ੇ ਜਿਵੇਂ ਓਕੇ ਆਂਟੀ ਜੀ,
ਧੰਨਵਾਦ ਤੁਹਾਡੇ ਸਵਾਲ ਦੇ ਲਈ ਤੇ ਤੁਸੀਂ ਆਪਣਾ ਜਵਾਬ ਟੈਲੀਵਿਜ਼ਨ ਤੇ ਸੁਣ ਸਕਦੇ ਹੋ। ਇਹਨਾਂ ਨੇ ਕਿਹਾ ਕਿ ਇਹਨਾਂ ਦੇ ਬੇਟੇ ਦੀ ਨਾ ਬਹੁਤ ਜ਼ਿਆਦਾ ਖਾਸ ਯਾਨੀ ਕਿ ਬਹੁਤ ਜ਼ਿਆਦਾ ਉਹ ਹੈਲੋ ਖੁਰਕ ਹੁੰਦੀ ਹੈਗੀ ਆ ਬਾਲਾਂ ਦੇ ਵਿੱਚ ਤੇ ਉਹਦੇ ਲਈ ਕੀ ਕਰਨਾ ਚਾਹੀਦਾ? ਬੱਚਾ ਬਹੁਤ ਛੋਟਾ ਆ। ਕੀ ਉਮਰ ਕੀ ਦੱਸੀ ਹੈ ਬੱਚੇ ਦੀ? 5 ਸਾਲ ਦੱਸੀ ਹੈ ਜੀ ਉਮਰ ਉਹਨਾਂ 5 ਸਾਲ। ਇਹਦੇ ਚ ਆਪਾਂ ਜੇ ਮੈਡੀਸਿਨ ਪ੍ਰੈਸਕ੍ਰਾਈਬ ਕਰੀਏ ਉਹ ਸੁਟੇਬਲ ਨਹੀਂ ਹੈ ਕਿਉਂਕਿ ਆਪਾਂ ਵੇਖ ਨਹੀਂ ਰਹੇ। ਤਾਂ ਕਰਕੇ ਇਹਨਾਂ ਲਈ ਇੱਕ ਮੈਂ ਹੋਮ ਰੈਮੇਡੀ ਦੱਸ ਦੇਣਾ। ਜੀ ਆਮਲੇ ਦਾ ਚੂਰਨ ਕਿੱਥੇ ਵੀ ਅਵੇਲੇਬਲ ਹੋ ਜਾਏਗਾ ਆਲ ਓਵਰ ਵਰਲਡ ਵਿੱਚ। ਤੁਸੀਂ ਕੀ ਕਰਨਾ ਹੈ, ਆਮਲੇ ਨੂੰ ਅੱਧੀ ਰਾਤ 'ਚ ਮਤਲਬ ਪੂਰੀ ਰਾਤ ਤੁਸੀਂ ਰੱਖਣਾ ਹੈ ਆਇਰਨ ਵੈਸਲ ਵਿੱਚ। ਉਹਨੂੰ ਰੱਖ ਕੇ ਅਗਲੇ ਦਿਨ ਤੁਸੀਂ ਉਹਦਾ ਪੇਸਟ ਬਣਾ ਲੈਣਾ, ਪਾਣੀ ਨਾਲ ਉਬਾਲ ਕੇ ਉਹਨੂੰ ਪੇਸਟ ਬਣਾ ਕੇ ਉਹ ਅਪਲਾਈ ਕਰਨਾ ਸਿਰ ਤੇ। ਜੀ ਸੋ ਆਓ ਅਸੀਂ ਨੈਕਸਟ ਕਾਲ ਲੈਂਦੇ ਹਾਂ। ਹੈਲੋ ਜੀ, ਸਤਿ ਸ਼੍ਰੀ ਅਕਾਲ। ਰਿਕੁਐਸਟ ਹੈ ਹਾਂਜੀ ਆਂਟੀ ਜੀ ਟੈਲੀਵਿਜ਼ਨ ਦੀ ਆਵਾਜ਼ ਤੁਸੀਂ ਪਿੱਛੋਂ ਸਲੋ ਕਰ ਦਿਓ। ਕਰ ਰਹੀ ਹੈ ਬੇਟਾ, ਪਰ ਆਵਾਜ਼ ਤੇ ਤੁਹਾਡੀ ਵੀ ਕੱਟ ਕੇ ਆ ਰਹੀ ਹੈ, ਮੇਰੀ ਵੀ ਕੱਟ ਕੇ ਆ ਰਹੀ ਹੈ ਜੀ। ਤੇ ਤੁਹਾਨੂੰ ਸੁਖ ਬੇਟਾ, ਤੁਹਾਨੂੰ ਤੇ ਡਾਕਟਰ ਬੇਟੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਬਹੁਤ ਅੱਛਾ, ਮੈਂ ਥੋੜੇ ਦਿਨਾਂ ਤੋਂ ਦੇਖ ਰਹੀ ਹਾਂ ਟਕ ਇਹਦੇ ਵਿੱਚ ਜਦੋਂ ਤੁਸੀਂ ਹੈਲਥ ਦਾ ਐਪੀਸੋਡ ਲਿਆਉਂਦੇ ਹੋ ਬਹੁਤ ਅੱਛਾ ਹੈ। ਮੇਰੇ ਸਿਰ ਦੇ ਵਿੱਚ, ਮੈਂ ਤੁਹਾਨੂੰ ਪਤਾ ਮੈਂ ਤੇ ਕਾਫੀ ਬੁੱਢੀ ਹਾਂ, ਪਰ ਮੇਰੇ ਸਿਰ ਦੇ ਵਿੱਚ ਕਈ ਵਾਰ ਜਲਨ ਜੀ ਹੋਣ ਲੱਗ ਜਾਂਦੀ ਹੈ ਉੱਪਰ, ਜਿਸ ਤਰ੍ਹਾਂ ਦੁਖਦਾ ਹੈਗਾ, ਜਲਨ ਜੀ ਹੁੰਦੀ ਹੈ। ਉਹ ਕਿਉਂ ਹੁੰਦੀ ਹੈ? ਪਰ ਮੈਂ ਫਿਰ ਉਸ ਦੀ ਮਾਲਿਸ਼ ਕਰਦੀ ਹਾਂ, ਥੋੜੇ ਦਿਨਾਂ ਬਾਅਦ ਠੀਕ ਹੋ ਜਾਂਦਾ ਹੈ। ਤੇ ਕਈ ਵਾਰ ਜਾਂ ਤਾਂ ਮੈਂ ਕਹਿੰਦੀ ਹਾਂ ਧੁੱਪ ਕਰਕੇ ਆਉਂਦਾ ਹੋਏਗਾ ਜਾਂ ਕੋਈ ਹੋਰ ਕਾਰਨ ਹੋਏਗਾ। ਮੈਨੂੰ ਇਹ ਬੇਟਾ ਡਾਕਟਰ ਬੇਟਾ ਦੱਸੇ ਮੈਂ ਕੀ ਕਰ ਸਕਦੀ ਹਾਂ, ਕਿਉਂ ਹੁੰਦਾ ਹੈਗਾ। ਰੰਗੇ ਆਂਟੀ ਜੀ, ਇਹਦੇ ਸੰਬੰਧੀ ਮੈਂ ਇੱਕ ਛੋਟਾ ਜਿਹਾ ਸਵਾਲ ਤੁਹਾਡੇ ਤੋਂ ਇਹ ਪੁੱਛਣਾ ਚਾਹਾਂਗੀ ਕਿ ਤੁਸੀਂ ਇਹਦੇ ਰਿਲੇਟਡ ਮੈਡੀਸਿਨ ਜਾਣਨਾ ਚਾਹੁੰਦੇ ਹੋ ਜਾਂ ਕੋਈ ਹੋਮ ਰੈਮੇਡੀ ਜਾਣਦੇ ਹੋ ਤੁਸੀਂ? No home remedy, no medicine, no allopathic medicine, please. ਜੀ ਠੀਕ ਹੈ ਆਂਟੀ ਜੀ, ਥੈਂਕ Home ਯੂ। remedies only. ਥੈਂਕ ਯੂ ਸੋ ਮਚ Okay, ਆਂਟੀ ਜੀ ਬੇਟਾ। ਤੁਹਾਡੀ ਕਾਲ ਦੇ ਲਈ। ਤੁਸੀਂ ਆਪਣਾ ਆਨਸਰ ਟੈਲੀਵਿਜ਼ਨ ਤੇ ਸੁਣ ਸਕਦੇ ਹੋ ਜੀ। ਹੁਣ ਜਿਵੇਂ ਆਂਟੀ ਜੀ ਨੇ ਦੱਸਿਆ ਸੀ, ਇਹੋ ਜਿਹੇ ਜਲਨ ਪੇਸ਼ੈਂਟ ਵਾਸਤੇ ਜਿਵੇਂ ਜਲਨ ਇਹਨਾਂ ਨੂੰ ਫੀਲ ਹੋ ਰਹੀ ਹੈ, ਆਪਾਂ ਵੈਸੇ ਮੋਸਟ ਆਫ ਜਲਨ ਜਾਂ ਇਨਫੈਕਸ਼ਨ ਨੂੰ ਦੂਰ ਕਰਨ ਲਈ ਐਸਿਡਿਕ ਕੋਈ ਜਿਹੜੀ ਚੀਜ਼ ਹੋਗੀ, ਜਿਵੇਂ ਤੁਸੀਂ ਮੰਨ ਲਓ ਕਰਡ ਹੋ ਗਈ ਜਾਂ ਇਹ ਚੀਜ਼, ਜੇ ਆਪਾਂ ਉਹ ਅਪਲਾਈ ਕਰਾਈਏ ਇਹਨਾਂ ਨੂੰ ਹੋਰ ਜਲਨ ਹੋਏਗੀ। ਓਕੇ ਠੀਕ ਹੈ, ਤਾਂ ਇੱਕ ਵਾਰੀ ਉਹ ਕੰਡੀਸ਼ਨ ਸਾਨੂੰ ਵੇਖਣੀ ਪਏਗੀ, ਜਾਂ ਤਾਂ ਇਹ WhatsApp ਨਾਲ ਸਾਨੂੰ ਕੰਟੈਕਟ ਕਰ ਸਕਦੇ ਆ। ਇੱਕ ਵਾਰੀ ਕੰਡੀਸ਼ਨ ਵਿਖਾ ਦੇਣ, ਸਕਾਲਪ ਆਪਾਂ ਵੇਖ ਲਾਂਗੇ ਖਾਲੀ ਹੈਗਾ ਜਾਂ ਕਿਵੇਂ ਦਾ ਹੈਗਾ, ਜੀ। ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਦੱਸ ਦਾਂਗੇ। ਤੇ ਡਾਕਟਰ ਸਾਹਿਬ, ਅਗਰ ਸਕਾਲਪ ਡਰਾਈ ਹੁੰਦਾ ਹੈ ਤੇ ਉਸ ਵਕਤ ਕੀ ਕਰਨਾ ਚਾਹੀਦਾ ਹੈ? ਡਰਾਈ ਸਕੈਲਪ ਵਾਸਤੇ ਸਾਡੇ ਕੋਲ ਹਰਬਲ ਸਪਾ ਦਾ ਟ੍ਰੀਟਮੈਂਟ ਤਾਂ ਹੈਗਾ ਹੀ। ਜੀ। ਇਹਦੇ ਨਾਲ ਆਪਾਂ ਇੱਕ ਆਇਲ ਦਿੰਦੇ ਆ। ਆਇਲ ਦੇ ਵੀ ਕਈ ਗੁਣ ਹੁੰਦੇ ਨੇ, ਜਿਵੇਂ ਆਇਲੀ ਕਿਸੇ ਦੇ ਵਾਲ ਨੇ, ਜੇ ਉਹ ਆਇਲ ਲਾਣਗੇ ਉਹਨਾਂ ਵਾਸਤੇ ਵੀ ਉਹ ਸੂਟੇਬਲ ਹੈਗਾ। ਓਕੇ। ਜੇ ਡਰਾਈ ਵਾਲ ਨੇ ਤਾਂ ਉਹਨਾਂ ਵਾਸਤੇ ਵੀ ਸੋ ਸੂਟੇਬਲ ਬੋਥ ਫॉर बोथ। ਠੀਕ ਹੈ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ। ਸੁਖ ਬੇਟਾ। ਹਾਂਜੀ ਸਤਿ ਸ਼੍ਰੀ ਅਕਾਲ ਆਂਟੀ ਜੀ, ਸਵਾਲ ਪੁੱਛੋ ਤੁਸੀਂ ਆਪਣਾ। ਹਾਂ ਬੇਟੇ, ਮੇਰੀ ਬੇਟੀ ਦੇ ਵੀ ਬਹੁਤ ਵਾਲ ਝੜਦੇ ਨੇ ਬੇਟਾ, ਓਕੇ। ਉਹਨਾਂ ਦਾ ਦੱਸੋ ਕੀ Quantity? ਕਰਨਾ ਚਾਹੀਦਾ। ਕਿੰਨੇ ਕੁ ਚੜਦੇ? ਜੀ ਸੋ ਵਾਲ ਝੜਨ ਦੇ ਸਪੈਸ਼ਲੀ ਜੋ ਆਮ ਦਿੱਕਤ ਆ ਰਹੀ, ਧੰਨਵਾਦ ਆਂਟੀ ਜੀ ਤੁਹਾਡੇ ਸਵਾਲ ਦੇ ਲਈ, ਤੁਸੀਂ ਜਵਾਬ ਟੈਲੀਵਿਜ਼ਨ ਤੇ ਸੁਣ ਲਿਓ। ਸੋ ਆਮ ਦਿੱਕਤ ਜੋ ਸਾਰਿਆਂ ਨੂੰ ਪਰੇਸ਼ਾਨੀ ਆ ਰਹੀ, ਵਾਲ ਝੜਦੇ ਨੇ, ਸੋ ਕੁਝ ਇਹੋ ਜਿਹੇ 2-3 ਟਿਪਸ ਹੋ ਜਾਣ ਕਿ ਵਾਲ ਝੜਨ ਤੋਂ ਰੋਕਿਆ ਜਾਵੇ ਹੇਅਰ ਫਾਲ। ਅੱਜ ਕੱਲ ਜਿਹੜੇ ਤੁਸੀਂ ਵੇਖ ਲਓ ਵਾਲ ਜਿਨ੍ਹਾਂ ਦੇ ਚੜ ਰਹੇ ਨੇ, ਉਹ 20 ਤੋਂ ਲੈ ਕੇ 30 ਸਾਲ ਦੀ ਉਮਰ ਦੇ ਯੰਗਸਟਰ ਨੇ ਬਹੁਤ ਜ਼ਿਆਦਾਤਰ। ਇਹਨਾਂ ਦਾ ਮੇਨ ਰੀਜ਼ਨ ਕੀ ਹੁੰਦਾ? ਸਟ੍ਰੈਸ ਲੈਵਲ। ਓਕੇ। ਜੇ ਮੈਂ ਆਪਣੀ ਏਜ ਦਾ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੱਸਾਂ, ਜਦੋਂ ਮੈਂ 18-20 ਸਾਲ ਦਾ ਸੀ ਜੀ ਤਾਂ ਮੈਨੂੰ ਕੋਈ ਨਹੀਂ ਹੈਗਾ ਸੀ ਸਟ੍ਰੈਸ ਕਿ ਮੈਂ ਕੀ ਕਰਨਾ ਕੀ ਨਹੀਂ ਕਰਨਾ। ਅੱਜ ਕੱਲ ਦਾ ਤੁਸੀਂ ਲੈ ਲਓ ਕਿ ਕੰਪੀਟੀਸ਼ਨ ਦਾ ਯੁੱਗ ਹੈਗਾ। ਬੱਚਿਆਂ ਨੂੰ ਸਟ੍ਰੈਸ ਬਹੁਤ ਹੋਇਆ ਫਿਰਦਾ ਅੱਜ ਕੱਲ ਜੀ। ਤੇ ਇਹਦੇ ਲਈ ਆਪਾਂ ਮੈਡੀਸਿਨ ਤਾਂ ਪ੍ਰੈਸਕ੍ਰਾਈਬ ਕਰਦੇ ਹਾਂ, ਤੇ ਹੋਮ ਰੈਮੇਡੀ ਮੈਂ ਇਹਨਾਂ ਨੂੰ ਜ਼ਰੂਰ ਦੱਸਣਾ ਚਾਹੂੰਗਾ। ਤੁਸੀਂ ਕੀ ਕਰਨਾ ਹੈ, ਸਵੇਰੇ ਉੱਠ ਕੇ ਘੱਟੋ ਘੱਟ 10-15 ਮਿੰਟ ਤੁਸੀਂ ਸੈਰ ਜ਼ਰੂਰ ਕਰਨੀ ਹੈ। ਓਕੇ। 7 ਤੋਂ 8 ਗਲਾਸ ਲੈਣੇ ਪਾਣੀ ਦੇ। ਇਹਦੇ ਨਾਲ ਸਟ੍ਰੈਸ ਲੈਵਲ ਵੀ ਡਾਊਨ ਹੋਏਗਾ ਤੇ ਵਾਲਾਂ ਨੂੰ ਨਰਿਸ਼ਮੈਂਟ ਜ਼ਰੂਰ ਮਿਲੂਗੀ। ਜੀ ਜ਼ਰੂਰ ਡਾਕਟਰ ਸਾਹਿਬ, ਤੇ ਕੁਝ ਹੋਰ ਵੀ ਟਿਪਸ ਨੇ, ਅਸੀਂ ਉਸ ਬਾਰੇ ਵੀ ਤੁਹਾਡੇ ਤੋਂ ਜਾਣਾਂਗੇ ਤੇ ਆਪਣੇ ਕਾਲਰਸ ਦੇ ਸਵਾਲ ਵੀ ਲਵਾਂਗੇ। ਫਿਲਹਾਲ ਸਮਾਂ ਇੱਕ ਛੋਟੇ ਜਿਹੇ ਬ੍ਰੇਕ ਦਾ ਹੋ ਗਿਆ, ਮਿਲਨੇ ਆ ਜੀ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਪ੍ਰੋਗਰਾਮ ਹੈਲਥ ਪਲੱਸ ਦੇ ਵਿੱਚ। ਤੇ ਅੱਜ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਗੱਲ ਕਰਦੇ ਪਏ ਜੀ ਵਾਲਾਂ ਦੇ ਸੰਬੰਧੀ, ਤੇ ਇਸ ਬਾਰੇ ਤੁਹਾਨੂੰ ਐਕਸਪਰਟ ਐਡਵਾਈਸ ਦੇਣ ਦੇ ਲਈ ਮੌਜੂਦ ਨੇ ਡਾਕਟਰ ਜਯੰਤ ਬਤਰਾ। ਸੋ ਡਾਕਟਰ ਜਯੰਤ ਬਤਰਾ, ਸਾਡੇ ਨਾਲ ਕੁਝ ਕਾਲਰਸ ਨੇ ਤੇ ਆਓ ਉਹਨਾਂ ਦੇ ਸਵਾਲ ਲੈ ਲੈਂਦੇ ਹਾਂ। ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸੁਖ, ਮੈਨੂੰ ਪਤਾ ਲਾਣਾ ਪੀ ਕਾਲ। ਹਾਂਜੀ ਹਾਂਜੀ। ਮੇਰਾ 5 ਸਾਲ ਦਾ ਨਹੀਂ, ਮੇਰਾ 27 ਸਾਲ ਦਾ ਹੈ। 27 ਸਾਲ ਦੇ। ਓਕੇ, ਤੁਸੀਂ ਸਵਾਲ ਆਪਣਾ ਫਿਰ ਤੋਂ ਪੁੱਛਣਾ ਚਾਹੋ ਪੁੱਛ ਸਕਦੇ ਹੋ ਜੀ। ਹਾਂਜੀ 27 ਸਾਲ ਦੇ ਨੇ ਤੇ ਹਾਂਜੀ 27 ਸਾਲ ਦਾ। ਉਹਨਾਂ ਦੇ ਨਾ ਖਾਜ ਬੜੀ ਹੁੰਦੀ ਤੇ ਸਿਰ ਚ ਫਿੰਸੀ ਨਹੀਂ ਹੁੰਦੀ ਤੇ ਵਾਲ ਝੜ ਗਏ ਨੇ ਉਹਦੇ, ਬਹੁਤ ਜ਼ਿਆਦਾ ਝੜ ਗਏ ਨੇ, ਪਤਾ ਨਹੀਂ ਕੀ
ਕੀ ਚੱਕਰ ਹੈ ਮੈਨੂੰ ਨਹੀਂ ਸਮਝ। ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਆਂਟੀ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਹਾਂਜੀ ਕੀ ਉਮਰ ਕੀ ਹੈ ਮੁੰਡੇ ਦੀ? ਹਾਂਜੀ ਮੁੰਡੇ ਦੀ ਉਮਰ ਕਿੰਨੀ ਹੈ? 27 ਸਾਲ ਹੈ। 27 ਸਾਲ ਜੀ। ਅੱਛਾ ਕੀ ਕੁਆਂਟੀਟੀ ਦੱਸ ਸਕਦੇ ਹੋ ਕਿੰਨੇ ਕੁ ਬਾਲ ਹੁੰਦੇ ਝੜਦੇ ਆ? 50 ਅਬਵ ਹੈਗੇ, 100 ਅਬਵ ਹੈਗੇ, ਕਿੰਨੇ? ਗੈਪ ਪੈ ਗਿਆ ਸਿਰ ਜਿਵੇਂ ਨਾ ਵਾਲ ਲੱਥਦੇ ਨੇ ਤੇ ਗੈਪ ਜਿਹਾ ਥੋੜਾ ਥੋੜਾ ਤਾਂ ਪਿੰਸੀਆਂ ਜੀ ਹੋ ਜਾਂਦੀਆਂ ਨਾ ਤੇ ਉਹ ਪਾਣੀ ਜਿਹਾ ਭਰ ਜਾਂਦਾ। ਇਹਦੇ ਚ ਦੋ ਚੀਜ਼ਾਂ ਹੁੰਦੀਆਂ ਆਂਟੀ ਜੀ, ਇੱਕ ਤਾਂ ਗੈਪ ਪੈ ਗਿਆ ਜਿਵੇਂ ਤੁਸੀਂ ਕਹਿ ਰਹੇ ਹੋ ਬਾਲ ਸਿੱਧੇ ਹੋ ਜਾਂਦੇ ਆ, ਦੂਜਾ ਕੀ ਹੈਗਾ ਪੈਚ ਜੇ ਬਣ ਜਾਂਦੇ ਆ। ਪੈਚ ਤੇ ਨਹੀਂ ਬਣੇ ਹੋਏ ਮੁੰਡੇ ਦੇ? ਹਾਂਜੀ ਪੈਚ ਦਾ ਮਤਲਬ ਘੇਰਾ ਜਿਹਾ ਬਣ ਜਾਂਦਾ ਹੈ, ਜਿਵੇਂ ਹੱਥ ਹੈਗਾ ਮੇਰਾ ਐ ਘੇਰਾ ਜਿਹਾ ਬਣ ਜਾਂਦਾ, ਉੱਥੇ ਬਾਲ ਨਹੀਂ ਹੁੰਦੇ। ਘੇਰਾ ਜਿਹਾ ਲੱਥ ਕੇ ਵਾਲ ਨਾ ਘੇਰਾ ਜਿਹਾ ਵਿੱਚ ਚਮੜੀ ਦਿਸਦੀ ਹੈ। ਚਮੜੀ ਜਿਹੀ ਦਿਸਦੀ ਹੈ। ਹਾਂਜੀ ਹਾਂਜੀ ਇਹਨੂੰ ਐਲੋਪੇਸ਼ੀਆ ਕਹਿੰਦੇ ਮੈਡਮ ਜੀ। ਹੈਲੋ ਹਾਂਜੀ ਉਹ ਟੈਲੀਵਿਜ਼ਨ ਤੇ ਸੁਣ ਰਹੇ ਨੇ, ਤੁਸੀਂ ਜਵਾਬ ਦੇ ਦਿਓ ਕੋਈ ਨਹੀਂ। ਇਹਨੂੰ ਐਲੋਪੇਸ਼ੀਆ ਕਹਿੰਦੇ ਆ। ਹਾਂਜੀ ਇਹਦੇ ਚ ਕੀ ਹੁੰਦਾ, ਇੱਕ ਤਾਂ ਮੁੰਡੇ ਦੀ ਇਮਿਊਨਿਟੀ ਥੋੜੀ ਵਧਾਓ, ਇਮਿਊਨਿਟੀ ਲੋ ਕਰਨ ਵਾਸਤੇ ਉਹਦੇ ਵਾਸਤੇ ਕੀ ਆ ਪ੍ਰੋਬਲਮ ਹੁੰਦੀ ਹੈ। ਇਮਿਊਨਿਟੀ ਵਾਸਤੇ ਮੈਂ ਤੁਹਾਨੂੰ ਇੱਕ ਚੀਜ਼ ਦੱਸ ਦਿੰਦਾ, ਗਲੋਏ ਤੁਹਾਨੂੰ ਮਿਲ ਜੇ ਉੱਥੇ ਜਿੱਥੇ ਵੀ ਹੈਗੇ ਤੁਸੀਂ, ਗਲੋਏ ਦਾ ਰਸ ਜਾਂ ਚੂਰਨ ਮਿਲ ਜੇ। ਗਿਲੋਏ ਅੱਛਾ 4 ਚਮਚ ਸਵੇਰੇ 4 ਚਮਚ ਸ਼ਾਮੀ ਉਹਨੂੰ ਰਸ ਜੇ ਮਿਲ ਜੇ, ਹੁੰਦਾ ਸਿਰਪ ਬਣਾ ਕੇ ਉਹਨੂੰ ਕਾੜਾ ਜਿਹਾ ਬਣਾ ਕੇ ਦੇ ਦਿਓ। ਜੇ ਉਹ ਨੈਚੁਰਲ ਫਰੈਸ਼ ਫਾਰਮ ਵਿੱਚ ਮਿਲਦਾ ਤੇ ਉਹ ਬਹੁਤ ਵਧੀਆ ਹੈ, ਉਹਦਾ ਕਾੜਾ ਬਣਾ ਲੈਣਾ ਤੁਸੀਂ। ਠੀਕ ਹੈ ਠੀਕ ਹੈ ਧੰਨਵਾਦ ਤੁਹਾਡੀ ਕਾਲ ਦੇ ਲਈ। ਸੋ ਡਾਕਟਰ ਜੈਨਤ, ਇੱਕ ਆਮ ਜਿਹੜੀ ਪ੍ਰੋਬਲਮ ਆਉਂਦੀ ਹੈਗੀ ਹੈ ਕਿ ਕਈਆਂ ਦੇ ਵਾਲ ਟੁੱਟਦੇ ਇਸ ਕਰਕੇ ਕਿਉਂਕਿ ਵਾਲ ਪਤਲੇ ਬਹੁਤ ਹੁੰਦੇ ਆ। ਸੋ ਜਿਨ੍ਹਾਂ ਦੇ ਥਿਨ ਹੇਅਰ ਹੁੰਦੇ ਆ, ਬਾਲਾਂ ਦੀ ਮਜ਼ਬੂਤੀ ਲਈ ਕੀ ਕਰਨਾ ਚਾਹੀਦਾ ਆ? ਬਾਲਾਂ ਦੀ ਮਜ਼ਬੂਤੀ ਲਈ ਤੁਸੀਂ ਆ ਕਰ ਸਕਦੇ ਹੋ, ਜਿਵੇਂ ਕਿ ਤੁਹਾਡਾ ਲਾਈਫ ਸਟਾਈਲ ਹੈਗਾ, ਪਹਿਲਾਂ ਤਾਂ ਉਹਨੂੰ ਆਪਾਂ ਫੋਲੋ ਜਿਹੜਾ ਕਰਨਾ ਹੈ, ਲਾਈਫ ਸਟਾਈਲ ਪੁਰਾਣੇ ਜ਼ਮਾਨੇ ਦਾ ਜਿਹੜਾ ਸੀ ਉਹਨੂੰ ਫੋਲੋ ਕਰਨਾ। ਬਾਲ ਸਾਡੇ ਕੈਰਾਟਿਨ ਨਾਮ ਦਾ ਇੱਕ ਪ੍ਰੋਟੀਨ ਹੁੰਦਾ, ਉਹਦੇ ਨਾਲ ਬਣਦੇ ਆ। ਜੇ ਕੈਰਾਟਿਨ ਜਿਵੇਂ ਪ੍ਰੋਟੀਨ ਤੁਸੀਂ ਨਿਊਟ੍ਰੀਸ਼ਨਲ ਵੈਲਿਊ ਤੁਸੀਂ ਲਾ ਲਓ, ਜਿਵੇਂ ਘੱਟ ਖਾ ਰਹੇ ਹੋ, ਅੱਜ ਕੱਲ੍ਹ ਦਾ ਫਾਸਟ ਫੂਡ ਹੋ ਗਿਆ, ਇਹ ਚੀਜ਼ਾਂ ਤੁਸੀਂ ਖਾ ਰਹੇ ਹੋ, ਕਿੱਥੇ ਉਹ ਆਪੇ ਉਹ ਥਿਨਿੰਗ ਜੇ ਹੋ ਗਏ, ਆਪੇ ਘੱਟ ਹੋਣ ਲੱਗ ਜਾਣਗੇ ਜੀ। ਹੈਲੋ ਸਤਿ ਸ਼੍ਰੀ ਅਕਾਲ ਜੀ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਵਾਲ ਪੁੱਛੋ ਜੀ ਤੁਸੀਂ ਆਪਣਾ। ਹੈਲੋ ਮੇਰੀ ਏਜ 38 ਈਅਰ ਹੈ। ਮੇਰੀ ਹੇਅਰ ਜਿਹੜੇ ਬਹੁਤ ਜਾਨੀ ਕਿ ਸਫੈਦ ਹੋ ਗਏ ਹੇਅਰ। ਓਕੇ ਮੈਨੂੰ ਕੀ ਕਰਨਾ ਚਾਹੀਦਾ? ਦੁਬਾਰਾ ਠੀਕ ਹੋ ਸਕਦੇ, ਬਲੈਕ ਹੋ ਸਕਦੇ? ਨਹੀਂ ਜ਼ਰੂਰ, ਧੰਨਵਾਦ ਤੁਹਾਡੇ ਸਵਾਲ ਦੇ ਲਈ। ਸੋ ਇਹਨਾਂ ਦੇ ਵਾਲ ਹਾਂਜੀ ਹੈਲੋ ਥੈਂਕ ਯੂ ਜੀ। ਆਨਸਰ ਤੁਸੀਂ ਦੱਸ ਸਕਦੇ ਹੋ, ਟੈਲੀਵਿਜ਼ਨ ਤੇ ਸੁਣ ਲੈਣਗੇ। ਇਹਦੇ ਤੁਸੀਂ ਇੱਕ ਆ ਚੀਜ਼ ਮੈਨੂੰ ਦੱਸਣੀ ਭੁੱਲ ਗਏ ਸੀ ਕਿ ਤੁਸੀਂ ਕਲਰ ਵਗੈਰਾ ਕੁਝ ਯੂਜ਼ ਕਰ ਰਹੇ ਹੋ ਹਾਲੇ? ਸੋ ਇਹਨਾਂ ਦੀ ਮੇਨ ਦਿੱਕਤ ਆਈ ਹੈ, ਜੇ ਦੁਬਾਰਾ ਉਹਨਾਂ ਨੇ ਸੁਣਿਆ ਹੋਇਆ ਤੇ ਸਵਾਲ ਆਪਣਾ ਦੁਬਾਰਾ ਤੋਂ ਦੱਸ ਸਕਦੇ ਨੇ। ਤੇ ਮੇਨਲੀ ਇਹਨਾਂ ਦੀ ਦਿੱਕਤ ਹੈ ਕਿ 38 ਇਅਰਸ 올ਡ ਨੇ ਤੇ ਇਹਨਾਂ ਦੇ ਵਾਲ ਸਫੇਦ ਹੋ ਗਏ ਨੇ, ਤੇ ਦੁਬਾਰਾ ਨੈਚੁਰਲੀ ਇਹ ਵਾਲ ਆਪਣੇ ਕਾਲੇ ਕਿਵੇਂ ਕਰ ਸਕਦੇ ਨੇ? ਇਹਦੇ 'ਚ ਥੋੜੀ ਜੀ ਹੈਗੀ ਮੁਸ਼ਕਿਲ, ਬਟ ਆਯੁਰਵੇਦ ਵਿੱਚ ਕੁਝ ਵੀ ਇਹੋ ਜਿਹੀ ਚੀਜ਼ ਨਹੀਂ ਹੈਗੀ ਜਿਹੜੀ ਇੰਪੋਸੀਬਲ ਹੈਗੀ। ਸਾਨੂੰ ਖੁਦ ਇਹੋ ਜਿਹੇ ਚਮਤਕਾਰ ਦੇਖਣ ਨੂੰ ਮਿਲ ਗਏ ਨੇ ਸਾਡੀ ਮੇਰੀ ਖੁਦ ਦੀ ਪ੍ਰੈਕਟਿਸ ਵਿੱਚ, ਮੈਂ ਵੇਖ ਕੇ ਖੁਦ ਸ਼ੌਕ ਰਹਿ ਗਿਆ ਸੀ। ਤੇ ਇਹਦੇ 'ਚ ਤੁਹਾਨੂੰ ਮੈਂ 3 ਚੀਜ਼ਾਂ ਮੈਂ ਦੱਸ ਰਿਹਾ। ਇੱਕ ਆਮਲੇ ਦਾ ਚੂਰਨ ਲੈ ਲਓ ਤੁਸੀਂ, ਦੂਜੀ ਚੀਜ਼ ਲੈਣੀ ਹੈ ਤਿਲਾਂ ਦਾ ਇੱਕ ਪਾਊਡਰ ਆਉਂਦਾ, ਤਿਲਾਂ ਦਾ, ਕਾਲੇ ਤਿਲਾਂ ਦਾ, ਤੇ ਤੀਜਾ ਤੁਸੀਂ ਲੈਣਾ ਹੈ ਮਹਿੰਦੀ। ਆ 100 ਗ੍ਰਾਮ ਲੈਣਾ ਹੈ ਤੁਸੀਂ ਤਿਲਾਂ ਦਾ ਤਿਲ, ਤਿਲਾਂ ਦਾ ਪਾਊਡਰ, ਆਮਲੇ ਦਾ ਪਾਊਡਰ, ਤੇ 10 ਗ੍ਰਾਮ ਲੈਣੀ ਹੈ ਤੁਸੀਂ ਮਹਿੰਦੀ। ਇਹ ਤਿੰਨਾਂ ਨੂੰ ਰਲਾ ਕੇ ਤੁਸੀਂ ਡੇਲੀ ਲਗਾਉਣਾ ਹੈ, ਪੇਸਟ ਬਣਾ ਕੇ ਡੇਲੀ ਲਗਾਉਣਾ ਹੈ ਤੁਸੀਂ। 1 ਮਹੀਨੇ ਲਾਓ, ਫਿਰ ਮੈਨੂੰ ਦੱਸਿਓ। ਆਲਰਾਈਟ, ਇਹਦੇ ਨਾਲ ਤੁਹਾਨੂੰ ਜ਼ਰੂਰ ਫਰਕ ਪਏਗਾ ਜੀ। ਹੇਅਰ ਆਇਲਿੰਗ ਦੀ ਕੁਝ ਟਿਪਸ ਦੇ ਸਕੋ, ਜਿਵੇਂ ਕਿ ਮੋਸਟਲੀ ਕੀ ਹੁੰਦਾ ਹੈ, ਕਈ ਲੋਕ ਇਦਾਂ ਹੀ ਜਸਟ ਜਦੋਂ ਵੀ ਟਾਈਮ ਮਿਲਦਾ ਹੇਅਰ ਆਇਲਿੰਗ ਆਪਣੀ ਕਰ ਲੈਂਦੇ ਨੇ, ਲੇਕਿਨ ਕਿਸ ਤਰ੍ਹਾਂ ਕਰਨੀ ਚਾਹੀਦੀ ਹੈ, ਕੀ ਖਾਸ ਧਿਆਨ ਰੱਖਣਾ ਚਾਹੀਦਾ ਹੈ ਜਦੋਂ ਆਪਾਂ ਆਪਣੇ ਬਾਲਾਂ ਨੂੰ ਤੇਲ ਲਗਾ ਰਹੇ ਹਾਂ ਤਾਂ? ਬਿਲਕੁਲ, ਆਇਲਿੰਗ 3 ਦਿਨਾਂ ਵਿੱਚ 1 ਵਾਰੀ ਜ਼ਰੂਰ ਕਰਨੀ ਚਾਹੀਦੀ ਹੈ। ਹਫਤੇ 'ਚ 2 ਵਾਰੀ ਕਰੋ ਜਾਂ ਹਫਤੇ 'ਚ 3 ਵਾਰੀ ਕਰੋ, ਇਹ ਬਹੁਤ ਜ਼ਰੂਰੀ ਹੈਗਾ। ਜੇ ਤੁਸੀਂ ਬਾਲਾਂ ਦੀ ਆਪਣੀ ਕੇਅਰ ਕਰਨਾ ਚਾਹੁੰਦੇ ਹੋ, ਕੇਅਰਿੰਗ ਵਾਸਤੇ ਆਇਲ ਬਹੁਤ ਜ਼ਰੂਰੀ ਹੁੰਦਾ ਲਾਣਾ। ਤੇ ਆਇਲਿੰਗ ਤੁਸੀਂ ਐਵੇਂ ਲਾਓ, ਤੁਸੀਂ ਜਿਵੇਂ ਰਾਤ ਨੂੰ ਆਇਲ ਕੀਤਾ, ਆਇਲਿੰਗ ਮਸਾਜ ਚੰਗੀ ਤਰ੍ਹਾਂ ਕਰਨੀ ਹੈ, ਪੂਰੇ ਸਿਰ ਤੇ ਕਰ ਲਈ। ਨੈਕਸਟ ਡੇ ਤੁਸੀਂ ਉਹਨੂੰ ਵਾਸ਼ ਕਰਨਾ ਜੀ। ਓਕੇ। ਤੇ ਕਈ ਲੋਕ ਜਿਵੇਂ ਕਿ ਕੋਈ ਵੀ ਆਇਲ ਹੁੰਦਾ ਘਰ ਦੇ ਵਿੱਚ ਹੁੰਦਾ ਹੈ, ਸਰੋਂ ਦਾ ਤੇਲ ਹੋ ਗਿਆ ਜਾਂ ਨਾਰੀਅਲ ਦਾ, ਉਹਨੂੰ ਗਰਮ ਕਰਕੇ ਲਗਾਉਂਦੇ, ਤੇ ਗਰਮ ਕੀਤਾ ਹੋਇਆ ਤੇਲ ਉਹਦਾ ਕੁਝ ਫਾਇਦਾ ਹੈ, ਨੁਕਸਾਨ? ਗਰਮ ਚੀਜ਼ ਜੇ ਬਾਲਾਂ ਦੀ ਜੜ੍ਹਾਂ ਤੇ ਜਾਊਗੀ ਉਹ ਪੱਕਾ ਨੁਕਸਾਨ ਪਹੁੰਚਾਊਗੀ, ਫਾਇਦੇ ਦੀ ਥਾਂ ਤੇ ਉਹਦਾ ਨੁਕਸਾਨ ਹੋਏਗਾ।
ਆਲਰਾਈਟ। ਸੋ ਜਿਸ ਤਰ੍ਹਾਂ ਕਿ ਕਈਆਂ ਦੇ ਆਇਲਿੰਗ ਦਾ ਟੈਕਸਚਰ, ਹੇਅਰ ਦਾ ਟੈਕਸਚਰ ਬਹੁਤ ਜ਼ਿਆਦਾ ਡਿਫਰੈਂਟ ਹੁੰਦਾ, ਕਈਆਂ ਦੇ ਰਫ ਹੇਅਰ ਹੁੰਦੇ ਆ, ਕਈਆਂ ਦੇ ਆਇਲੀ ਹੇਅਰ ਹੁੰਦੇ ਆ, ਤੇ ਉਹਨਾਂ ਨੂੰ ਕਿਸ ਤਰ੍ਹਾਂ ਦਾ ਆਇਲ ਉਸ ਟਾਈਮ ਤੇ ਯੂਜ਼ ਕਰਨਾ ਚਾਹੀਦਾ ਹੈ? ਕੋਕੋਨਟ ਆਇਲ ਦੋਨੋਂ ਚੀਜ਼ਾਂ ਵਿੱਚ ਬੈਸਟ ਹੈਗਾ। ਓਕੇ, ਰਫ ਹੈ ਚਾਹੇ ਆਇਲੀ ਹੈਗੇ ਨੇ। ਤੇ ਹੁਣ ਵੱਧਦੇ ਆ ਸ਼ੈਂਪੂ ਵੱਲ ਦੀ, ਕਿ ਸ਼ੈਂਪੂ ਜਿਹੜਾ ਆ ਉਹਦਾ ਸਹੀ ਵੇ ਕੇ ਕਿਸ ਤਰ੍ਹਾਂ ਔਰ ਹਫਤੇ ਦੇ ਵਿੱਚ ਕਿੰਨੀ ਵਾਰ ਕਰਨਾ ਚਾਹੀਦਾ? ਕਈ ਲੋਕ ਰੈਗੂਲਰਲੀ ਕਰਦੇ ਨੇ ਸ਼ੈਂਪੂ, ਸੋ ਉਹਦੇ ਨਾਲ ਉਹਨਾਂ ਦੇ ਵਾਲਾਂ ਨੂੰ ਕੋਈ ਨੁਕਸਾਨ ਤਾਂ ਨਹੀਂ? ਸ਼ੈਂਪੂ ਦਾ ਜਿਵੇਂ ਅੱਜ ਕੱਲ ਤੁਸੀਂ ਵੇਖ ਲਓ, ਲੋਕੀ ਭੱਜਦੇ ਨੇ ਐਡ ਨੂੰ ਵੇਖ ਕੇ ਜੀ। ਜੇ ਕਿਸੇ ਵੱਡੇ ਸੈਲੀਬ੍ਰਿਟੀ ਨੇ ਐਡ ਕਰਤੀ, ਉਹ ਕਹਿੰਦੇ ਚਲੋ ਆਹ ਵਧੀਆ ਹੈਗਾ, ਇਹ ਜ਼ਰੂਰ ਟਰਾਈ ਕਰੀਏ ਆਪਾਂ। ਓਕੇ, ਬਾਲਾਂ ਨੂੰ ਆਪਾਂ ਇੱਕ ਪ੍ਰੈਕਟੀਕਲ ਵਾਸਤੇ ਮਸ਼ੀਨ ਬਣਾ ਰੱਖੀ ਹੈ, ਲੋ ਜੀ ਹੁਣ ਆਹ ਨਵਾਂ ਬ੍ਰਾਂਡ ਆਇਆ, ਆ ਟਰਾਈ ਕਰਦੇ, ਐਕਸਪੈਰੀਮੈਂਟ ਬਹੁਤ ਕਰਦੇ ਅੱਜ ਕੱਲ ਲੋਕੀ। ਬਟ ਉਹਨਾਂ 'ਚ ਕੀ ਹੁੰਦਾ ਹੈ, ਇੱਕ ਕੈਮੀਕਲ ਹੁੰਦਾ ਜਿਹੜੇ ਸਾਰੇ ਉਹਦੇ 'ਚ ਪਾਇਆ ਜਾਂਦਾ ਸਾਰੇ ਸ਼ੈਂਪੂਆਂ 'ਚ। ਜਿੰਨਾ ਤੁਸੀਂ ਕੈਮੀਕਲ ਤੋਂ ਬਚੋਗੇ ਉਹਨਾਂ ਵਧੀਆ ਹੈਗਾ। ਅੱਜ ਕੱਲ ਵੈਸੇ ਆਯੁਰਵੈਦਿਕ ਬਹੁਤ ਚੀਜ਼ਾਂ ਮਿਲ ਰਹੀਆਂ ਨੇ, ਮਾਰਕੀਟ ਵਿੱਚ ਮਿਲ ਰਹੀਆਂ ਨੇ। ਤੁਸੀਂ ਆਮਲੇ ਦਾ ਲਾ ਸਕਦੇ ਹੋ, ਤੁਸੀਂ ਸ਼ੈਂਪੂ ਆਂਦਾ ਆਮਲੇ ਦਾ, ਪਪੀਤੇ ਦਾ ਆਂਦਾ। ਇਹ ਹਰਬਲ ਚੀਜ਼ਾਂ ਜ਼ਿਆਦਾ ਜਿੰਨੀ ਯੂਜ਼ ਕਰੋਗੇ ਉਹਨਾਂ ਬੈਨੀਫੀਸ਼ੀਅਲ ਹੈ। ਜੀ ਜੀ ਬਿਲਕੁਲ। ਹੈਲੋ ਜੀ, ਟੀਵੀ ਦੀ ਵੋਲਿਊਮ ਸਲੋ ਕਰ ਦਿਓ ਤੇ ਤੁਸੀਂ ਆਪਣਾ ਸਵਾਲ ਪੁੱਛੋ ਜੀ। ਹਾਂਜੀ ਸ਼ੁਕਰ ਹੈ ਜੀ, ਦੁਬਾਰਾ ਬਤਾਨਾ ਹਾਂਜੀ ਇੱਕ ਮਹਿੰਦੀ ਦੱਸਿਆ 10 ਗ੍ਰਾਮ ਤੇ ਹੋਰ ਕੀ ਦੱਸਿਆ ਜੀ? ਇੱਕ ਇਹਨਾਂ ਨੇ ਆਮਲੇ ਦੇ ਬਾਰੇ ਦੱਸਿਆ ਹੋਇਆ ਹੈ, ਤਿਲਾਂ ਦਾ ਤੇਲ ਦੱਸਿਆ ਤੇ ਮਹਿੰਦੀ, ਤਿੰਨੋਂ 100 ਗ੍ਰਾਮ ਹੈ। ਡਾਕਟਰ ਸਾਹਿਬ ਤੁਸੀਂ 300 ਗ੍ਰਾਮ ਨਹੀਂ, ਆਮਲਾ ਤੁਸੀਂ ਲੈਣਾ 100 ਗ੍ਰਾਮ ਲੈਣਾ, ਤੇ ਤਿਲਾਂ ਜਿਹੜੇ ਤਿਲ ਹੈਗੇ ਕਾਲੇ ਤਿਲਾਂ ਦਾ ਪਾਊਡਰ ਤੁਸੀਂ ਲੈਣਾ, ਉਹ ਵੀ 100 ਗ੍ਰਾਮ ਲੈਣਾ। ਮਹਿੰਦੀ ਤੁਸੀਂ ਸਿਰਫ 10 ਗ੍ਰਾਮ ਲੈਣੀ ਹੈ। ਜੇ ਤੁਸੀਂ 100 ਗ੍ਰਾਮ ਦੀ ਕੁਆਂਟੀਟੀ ਲੈ ਰਹੇ ਹੋ ਤੇ 10 ਗ੍ਰਾਮ ਉਹਨੂੰ ਕਰਨਾ, ਮਤਲਬ ਮਹਿੰਦੀ ਮਾਮੂਲੀ ਜਿਹੀ ਚਲਾਣੀ ਹੈ ਤੁਸੀਂ। ਜੇ ਤੁਸੀਂ ਕੁਆਂਟੀਟੀ ਮਹਿੰਦੀ ਦੀ ਜ਼ਿਆਦਾ ਕਰੋਗੇ ਤੇ ਬਰਾਊਨ ਹੇਅਰ ਹੋ ਜਾਣਗੇ। ਮਹਿੰਦੀ ਕਹਿੰਦੇ ਉਹੀ ਨਾਰਮਲ ਜਿਹੜੀ ਹਰੀ ਹੁੰਦੀ ਉਹੀ ਲਾਣੀ ਚਾਹੀਦੀ ਹੈ? ਹਾਂ, ਮੈਂ ਤਾਂ ਹੀ ਉਹਦੀ ਕੁਆਂਟੀਟੀ ਕਹਿ ਰਿਹਾ, ਉਹਨੂੰ ਸਿਰਫ 10 ਗ੍ਰਾਮ ਲਾਣੀ ਹੈ, ਜ਼ਿਆਦਾ ਨਹੀਂ ਕਰਨੀ। ਜ਼ਿਆਦਾ ਕੀਤੀ ਤੇ ਬਰਾਊਨ ਹੇਅਰ ਹੋ ਜਾਣਗੇ। ਜੀ ਸ਼ੁਕਰੀਆ ਤੁਹਾਡੇ ਸਵਾਲ ਦੇ ਲਈ। ਹੈਲੋ हेलो, मैं क्वेश्चन पूछा सी जी जी हाँ जी हेयर सफेद हो रहे हैं, डॉक्टर ने पूछा कि कलर तो नहीं कर रहे, नहीं मैं कोई कलर नहीं कर दी। ओके जी ओके, ਕਿੰਨੇ ਕੁ ਟਾਈਮ ਤੋਂ ਹੋ ਰਹੇ ਨੇ ਤੁਹਾਡੇ? ਕਿੰਨੇ ਕੁ ਟਾਈਮ ਤੋਂ ਤੁਹਾਡੇ ਵਾਲ ਸਫੇਦ ਹੋ ਰਹੇ? ਸੋ ਮੈਨੂੰ ਲੱਗਦਾ ਜੀ ਕਾਲ ਡਿਸਕਨੈਕਟ ਹੋ ਗਈ ਹੈ। ਸੋ ਉਹਨਾਂ ਨੇ ਇਹ ਕਿਹਾ ਹੈ ਕਿ ਮੈਂ ਕਦੀ ਵੀ ਆਪਣੇ ਵਾਲਾਂ ਉੱਤੇ ਕੋਈ ਕੈਮੀਕਲ ਜਾਂ ਕੋਈ ਵੀ ਕਲਰਿੰਗ ਨਹੀਂ ਕੀਤੀ, ਲੇਕਿਨ ਫਿਰ ਵੀ ਵਾਲ ਜਿਹੜੇ ਸਫੇਦ ਹੋ ਰਹੇ ਨੇ। ਮੈਂ ਇੱਕ ਹੁਣੇ ਨੁਸਖਾ ਦੱਸਿਆ, ਇਹ ਤੁਸੀਂ ਘਰ 'ਚ ਅਪਲਾਈ ਕਰ ਸਕਦੇ ਹੋ। ਓਕੇ, ਜੇ ਫਿਰ ਵੀ ਉਹਦੇ ਨਾਲ ਆਰਾਮ ਨਹੀਂ ਆਉਂਦਾ, ਥੱਲੇ ਡਿਸਪਲੇ 'ਚ ਨੰਬਰ ਹੋ ਰਹੇ ਨੇ, ਤੁਸੀਂ ਉਹਦੇ ਕੰਟੈਕਟ ਦੁਬਾਰਾ ਕਰ ਸਕਦੇ ਹੋ ਮੈਨੂੰ ਪਰਸਨਲੀ। ਇੱਕ ਵਾਰੀ ਮੈਂ ਸਾਰੀ ਹਿਸਟਰੀ ਲੈ ਕੇ ਤੁਹਾਨੂੰ ਗੱਲ ਦੱਸ ਸਕਦਾ। ਆਲਰਾਈਟ ਡਾਕਟਰ ਜੈਨ, ਕਿਤੇ ਵੀਕਨੈਸ ਦੇ ਕਾਰਨ ਵੀ ਜਿਹੜੇ ਸਾਡੇ ਹੇਅਰ ਫਾਲਿੰਗ, ਜਿਵੇਂ ਤੁਸੀਂ ਸਟ੍ਰੈਸ ਦਾ ਕਿਹਾ, ਔਰ ਹੇਅਰ ਵਾਈਟ ਵੀ ਹੋ ਜਾਂਦੇ ਆ, ਕੀ ਇਹ ਵੀ ਹੁੰਦਾ? ਜਾਂ ਫਿਰ ਅੱਜ ਦੇ ਟਾਈਮ ਦੇ ਵਿੱਚ ਅਸੀਂ ਟੈਲੀਵਿਜ਼ਨ ਬਹੁਤ ਵੇਖਦੇ ਆ, ਜਾਂ ਫਿਰ ਫੋਨ ਬਹੁਤ ਸਾਰੀ ਸਕਰੀਨ ਜਿਵੇਂ ਸਾਰੇ ਨਿਗਾਹ ਟਿਕਾਈ ਰੱਖਦੇ ਆ, ਤੇ ਉਹਦਾ ਵੀ ਰੀਜ਼ਨ ਹੋ ਸਕਦਾ ਕਿ ਸਾਡੇ ਜਿਹੜੇ ਵਾਲ ਆ ਗ੍ਰੇ ਹੋ ਜਾਂਦੇ ਆ? ਸਕਰੀਨ ਨਾਲ ਜਾਂ ਟੈਲੀਵਿਜ਼ਨ ਨਾਲ ਹਾਲੇ ਕੋਈ ਰਿਸਰਚ ਨਹੀਂ ਆਈ ਕਿ ਬਾਲਾਂ ਦਾ ਕੁਝ ਇਫੈਕਟ ਪਏ। ਮੋਸਟ ਆਫਲੀ এনवायरमेंट ਦਾ ਜ਼ਰੂਰ ਫਰਕ ਪੈਂਦਾ। ਤੁਸੀਂ ਕਿਹੜੇ এনवायरमेंट 'ਚ ਰਹਿ ਰਹੇ ਹੋ, ਕਿਹੜਾ ਪਾਣੀ ਪੀ ਰਹੇ ਹੋ, ਕੀ ਚੀਜ਼ਾਂ ਖਾ ਰਹੇ ਹੋ, ਪ੍ਰੋਟੀਨ ਲੈ ਰਹੇ ਹੋ ਨਹੀਂ ਲੈ ਰਹੇ, ਨਿਊਟ੍ਰੀਸ਼ਨ ਵੈਲਿਊ ਕਿੰਨੀ ਕੁ ਲੈ ਰਹੇ ਹੋ। ਅੱਜ ਕੱਲ ਲੋਕੀ ਪੇਟ ਭਰਨ ਵੱਲ ਜ਼ਿਆਦਾ ਧਿਆਨ ਰੱਖਦੇ ਆ, ਨਿਊਟ੍ਰੀਸ਼ਨ ਵੈਲਿਊ ਵੱਲ ਰੱਖਦੇ ਨਹੀਂ। ਆਲਰਾਈਟ, ਸੋ ਹੇਅਰ ਕੰਡੀਸ਼ਨਿੰਗ ਇਹ ਕਿੰਨੀ ਕੁ ਜ਼ਰੂਰੀ ਹੈ? ਕਿਉਂਕਿ ਮੋਸਟ ਆਫ ਦਾ ਟਾਈਮ ਹੇਅਰ ਆਇਲਿੰਗ ਵੱਲ ਅਸੀਂ ਧਿਆਨ ਦੇ ਲੈਂਦੇ ਆ, ਸ਼ੈਂਪੂ ਵੀ ਕਰ ਲੈਂਦੇ, ਲੇਕਿਨ ਕੰਡੀਸ਼ਨਿੰਗ ਬਹੁਤ ਰੇਅਰ ਹੀ ਹੈ, ਕੋਈ ਕਰਦਾ ਹੈ ਕੋਈ ਨਹੀਂ ਕਰਦਾ। ਕਿੰਨੇ ਕੁ ਇਹਦੇ ਬੈਨੀਫਿਟ ਹੈ ਔਰ ਕਿਉਂ ਜ਼ਰੂਰੀ ਹੈ ਕੰਡੀਸ਼ਨਿੰਗ ਵੀ? ਹੇਅਰ ਕੰਡੀਸ਼ਨਿੰਗ ਸਾਰਿਆਂ ਵਾਸਤੇ ਨਹੀਂ ਹੈਗੀ ਜ਼ਰੂਰੀ। ਸਾਡੇ ਹੇਅਰਸ ਨੂੰ ਜੇ ਤੁਸੀਂ ਕੱਟ ਕਰਕੇ ਵੇਖੋਗੇ, ਇਹਨਾਂ ਦੀ 3 ਲੇਅਰ ਹੁੰਦੀ ਹੈ। ਓਕੇ, ਇੱਕ ਹੁੰਦੀ ਹੈ ਕਿਊਟੀਕਲ, ਕੋਰਟੈਕਸ, ਮੈਡਿਊਲਾ। ਇਹ 3 ਲੇਅਰਾਂ ਹੁੰਦੀਆਂ ਨੇ। ਕਿਊਟੀਕਲ ਹੁੰਦੀ ਹੈ ਜਿਹੜੀ ਸਭ ਤੋਂ ਵੱਡੀ ਹੈਗੀ, ਮਤਲਬ ਮੇਨ ਬਾਹਰ ਦੀ ਜਿਹੜੀ ਲੇਅਰ ਹੈਗੀ। ਇਹ ਜਦੋਂ ਰਫ ਹੋ ਜਾਂਦੀ ਹੈ ਤਾਂ ਜ਼ਰੂਰਤ ਪੈਂਦੀ ਹੈ ਤੁਸੀਂ ਕੰਡੀਸ਼ਨਰ ਯੂਜ਼ ਕਰੋ। ਜਦੋਂ ਤੱਕ ਇਹ ਨੋਰਮਲ ਹੈਗੀ ਤਾਂ ਤੁਹਾਨੂੰ ਕੋਈ ਲੋੜ ਨਹੀਂ ਹੈਗੀ ਕੰਡੀਸ਼ਨਰ ਕਰਨ ਦੀ। ਜੀ ਜੀ। ਤੇ ਡਾਕਟਰ ਜਯੰਤ, ਜਿਵੇਂ ਕਿ ਅੱਜ ਕੱਲ ਬਹੁਤ ਜ਼ਿਆਦਾ ਹੇਅਰ ਸਪਰੇ ਯੂਜ਼ ਕੀਤੇ ਜਾਂਦੇ, ਕੈਮੀਕਲ ਯੂਜ਼ ਕੀਤੇ ਜਾਂਦੇ, ਚਾਹੇ ਜਿੱਦਾਂ ਦਾ ਵੀ এনवायरमेंट ਹੋਵੇ, ਤੇ ਵਾਲ ਨਾ ਨੀਚੇ 2 ਮੂੰਹੇ ਹੋ ਜਾਂਦੇ। ਚਲੋ ਇਸ ਬਾਰੇ ਮੈਂ ਸਵਾਲ ਬਾਅਦ ਚੋਂ ਪੁੱਛਾਂਗੀ, ਪਹਿਲਾਂ ਅਸੀਂ ਆਪਣੇ ਕਾਲਰ ਦਾ ਸਵਾਲ ਲੈ ਲੈਂਦੇ ਹਾਂ। ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਭ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਹੈ ਪੁੱਤ? ਵਧੀਆ ਆਂਟੀ ਜੀ, ਤੁਸੀਂ ਦੱਸੋ ਕਿਵੇਂ ਹੋ ਤੁਸੀਂ? ਬਸ ਮੈਂ ਠੀਕ ਆ। ਮੈਂ ਨਾ ਵਾਲ ਮੇਰੇ ਗਰੋਥ ਹੁੰਦੀ ਆ, ਪਰ ਝੜਦੇ ਬਹੁਤ ਆ। ਗਰੋਥ ਹੋ ਕੇ ਨਿੱਕੇ ਨਿੱਕੇ ਹੋ ਕੇ ਝੜ ਜਾਂਦੇ ਆ। ਕੁਆਂਟੀਟੀ ਕੀ ਰਹਿੰਦੀ ਹੈ ਵਾਲਾਂ ਦੀ ਝੜਨ ਦੀ? ਹੁਣ ਮਤਲਬ 4-4 ਉਂਗਲਾਂ ਜਾਂ ਮੋਹਰੇ ਛੱਟਾ ਜਾਂ ਫੁੱਲਿਆ ਰਹਿੰਦਾ। ਹਾਂਜੀ ਹਾਂਜੀ, ਤੇ ਉਹ ਪੁੱਛ ਰਹੇ ਨੇ ਕਿੰਨੇ, ਡਾਕਟਰ ਸਾਹਿਬ ਪੁੱਛਦੇ ਪਏ ਨੇ ਕਿੰਨੇ ਕੁ ਵਾਲ ਤੁਹਾਡੇ ਡੇਲੀ ਦੇ ਆ ਜਿਹੜੇ ਝੜ ਜਾਂਦੇ ਨੇ? ਕਦੇ ਵਾਰ 200 150 ਕਾਫੀ ਜ਼ਿਆਦਾ ਹੈ। ਕਾਫੀ ਹੁੰਦੇ ਆ। ਜੀ ਜੀ, ਹਾਂਜੀ ਡਾਕਟਰ ਸਾਹਿਬ ਤੁਸੀਂ ਕੋਈ ਸਵਾਲ ਇਹਨਾਂ ਨੂੰ ਪੁੱਛਣਾ ਚਾਹੋ? ਹੈਲੋ ਹਾਂਜੀ ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਏਜ ਕਿੰਨੀ ਦੱਸੀ ਹੈ ਜੀ?
ਏਜ ਮੇਰੀ ਹੈਗੀ ਆ 58। 58 ਇਹ ਜਿਹੜੀ ਏਜ ਹੈਗੀ ਮੈਨੋਪੋਜ਼ਲ ਦੀ ਏਜ ਹੁੰਦੀ ਹੈ। ਇਹਦੇ ਚ ਜਿਵੇਂ ਪੀਰੀਅਡਸ ਵਗੈਰਾ ਹੋ ਗਏ ਮੰਥਲੀ ਆ ਬੰਦ ਹੋ ਜਾਂਦਾ ਇਸ ਏਜ ਵਿੱਚ ਇੱਕ ਵਾਰੀ ਹੁੰਦਾ ਹੈ ਟੈਲੋਜਨ ਫੇਸ ਕਹਿੰਦੇ ਨੇ ਇਹਨੂੰ। ਇਹਦੇ ਚ ਇੱਕ ਵਾਰੀ ਬਾਲ ਝੜਦੇ ਨੇ। ਜੇ ਇਹ ਕੁਆਂਟੀਟੀ ਤੁਸੀਂ ਜਿਵੇਂ ਦੱਸ ਰਹੇ ਹੋ 150 ਤੋਂ ਲੈ ਕੇ 200 ਬਾਲ ਨੇ, ਇਹ ਜ਼ਿਆਦਾ ਹੀ ਕੁਆਂਟੀਟੀ ਹੈਗੀ। ਇਹ ਐਬਨੋਰਮਲ ਕੇਸ ਵਿੱਚ ਆ ਗਿਆ ਜੀ ਜੀ। ਇਹਦੇ ਵਾਸਤੇ ਤੁਹਾਨੂੰ ਮੈਡੀਸਿਨ ਹੀ ਪ੍ਰੈਸਕ੍ਰਾਈਬ ਕਰਨੀ ਪਊਗੀਆਂ। ਓਕੇ ਜੀ। ਸੋ ਅਗਰ ਤੁਸੀਂ ਇਸ ਰਿਗਾਰਡਿੰਗ ਡਿਟੇਲ ਨਾਲ ਜਾਣਕਾਰੀ ਲੈਣਾ ਚਾਹੁੰਦੇ ਹੋ ਤੇ ਤੁਸੀਂ ਵੇਖ ਰਹੇ ਹੋ ਟੈਲੀਵਿਜ਼ਨ ਸਕਰੀਨ ਦੇ ਉੱਤੇ ਡਾਕਟਰ ਸਾਹਿਬ ਦੇ ਈਮੇਲ ਆਈਡੀ ਹੈ, ਤੁਸੀਂ ਉਹਦੇ ਉੱਤੇ ਕੋਈ ਵੀ ਮੇਲ ਪਾ ਸਕਦੇ ਹੋ ਤੇ ਆਪਣੀ ਡਿਟੇਲ ਦੇ ਵਿੱਚ ਜਾਣਕਾਰੀ ਲੈ ਸਕਦੇ ਹੋ। ਸੋ ਡਾਕਟਰ ਸਾਹਿਬ ਕੰਡੀਸ਼ਨਿੰਗ ਦੇ ਬਾਰੇ ਜਿਵੇਂ ਤੁਸੀਂ ਕਹਿ ਰਹੇ ਸੀਗੇ ਕਿ ਕਿੰਨਾ ਲੋਕਾਂ ਦੇ ਲਈ ਜ਼ਰੂਰੀ ਹੈ? ਇਹਦੇ ਚ ਜਿਨ੍ਹਾਂ ਦੇ ਰਫ ਬਾਲ ਬਹੁਤ ਹੋ ਜਾਂਦੇ ਨੇ, ਰਫ ਵੀ ਦੋ ਕੰਡੀਸ਼ਨ ਵਿੱਚ ਹੁੰਦੇ ਨੇ। ਓਕੇ। ਜਿਵੇਂ ਤੁਸੀਂ ਵੇਖ ਸਕਦੇ ਹੋ ਰਫ ਬਾਲ ਨੰਗੀ ਅੱਖ ਨਾਲ ਨਹੀਂ ਤੁਸੀਂ ਵੇਖ ਸਕਦੇ। ਸਾਡੇ ਕੋਲ ਇੱਕ ਮਸ਼ੀਨ ਹੁੰਦੀ ਹੈ ਟ੍ਰਾਈਕੋਸਕੋਪ ਦੀ, ਉਹਦੇ ਨਾਲ ਆਪਾਂ ਵੇਖਦੇ ਹਾਂ, ਸਾਰੀ ਲੇਅਰਸ ਵੇਖ ਸਕਦੇ ਹਾਂ, ਉਹਦੇ ਚ ਕਲੀਅਰ ਵੇਖ ਸਕਦੇ ਹਾਂ ਤਿੰਨੋਂ ਲੇਅਰ ਚ ਕੀ ਚੱਲ ਰਿਹਾ ਕੀ ਨਹੀਂ ਚੱਲ ਰਿਹਾ ਜੀ। ਆਪਾਂ ਉਹਨਾਂ ਨੂੰ ਪ੍ਰੈਸਕ੍ਰਾਈਬ ਕਰਦੇ ਹਾਂ ਜਿਨ੍ਹਾਂ ਦੀ ਲੇਅਰ ਕਿਊਟੀਕਲ ਲੇਅਰ ਬਿਲਕੁਲ ਹੀ ਡੈਡ ਹੋ ਗਈ ਹੈ ਜਾਂ ਰਫ ਹੋ ਚੁੱਕੀ ਹੈ, ਉਹਨਾਂ ਨੂੰ ਕਰਦੇ ਹਾਂ। ਤੇ ਜਿਨ੍ਹਾਂ ਦੀ ਸਪਲਿਟ ਬਿਲਕੁਲ ਐਂਡ ਹੋ ਚੁੱਕੀ ਹੈ, ਸਪਲਿਟਨ ਜਿਹਨੂੰ ਆਪਾਂ ਕਹਿ ਲੈਂਦੇ ਆ, ਵਾਲ ਜਿਹੜੇ ਹੈਗੇ ਉਹਦੇ ਦੋ ਮੂੰਹ ਹੋ ਜਾਂਦੇ ਨੀਚੇ ਵਾਲ ਦੇ, ਤੇ ਉਹਦੇ ਲਈ ਕੀ ਕਰਨਾ ਚਾਹੀਦਾ? ਉਹਦੇ ਲਈ ਅੱਜ ਕੱਲ ਲੋਕੀ ਕੀ ਕਰਦੇ ਨੇ, ਮੋਸਟ ਆਫ ਗਰਲਸ ਜਾਂ ਫੀਮੇਲਸ ਦੀ ਗੱਲ ਤੁਸੀਂ ਕਰ ਲਓ, ਸੈਲੂਨ ਚ ਜਾ ਕੇ ਉਹ ਥੱਲੇ ਜਿਹੜੇ ਬਾਲ ਨੇ ਉਹਨਾਂ ਨੂੰ ਕੱਟ ਕਰਵਾ ਲੈਂਦੇ ਆ। ਬਟ ਇਹ ਕੋਈ ਉਹ ਨਹੀਂ ਹੈਗਾ ਟ੍ਰੀਟਮੈਂਟ। ਤੁਸੀਂ ਤੁਹਾਨੂੰ ਮੈਂ ਇੱਕ ਐਗਜ਼ਾਮਪਲ ਦੇਣਾ, ਜਿਵੇਂ ਇੱਕ ਪੇੜ ਹੈਗਾ, ਪੇੜ ਦੇ ਪੱਤੇ ਨੇ, ਐਵੇਂ ਹੀ ਸਾਡਾ ਸਰੀਰ ਪੇੜ ਹੋ ਗਿਆ, ਪੱਤੇ ਉਹਦੇ ਬਾਲ ਨੇ। ਤੇ ਪੱਤਿਆਂ ਨੂੰ ਪਾਣੀ ਪਾਉਂਦਾ ਹੋਇਆ ਤੁਸੀਂ ਦੇਖਿਆ ਕਿਸੇ ਨੂੰ ਨਹੀਂ ਵੇਖਿਆ, ਕਿਉਂਕਿ ਪੱਤੇ ਨੂੰ ਨਹੀਂ ਦਿੰਦੇ, ਆਪਾਂ ਰੂਟ ਨੂੰ ਪਾਣੀ ਦਿੰਦੇ ਆ। ਤੇ ਆਪਾਂ ਨੂੰ ਰੂਟ ਤੇ ਕੰਮ ਕਰਨਾ ਪਏਗਾ, ਸੋ ਜੜ੍ਹਾਂ ਤੇ ਕੰਮ ਕਰਨਾ ਜ਼ਿਆਦਾ ਜ਼ਰੂਰੀ ਹੈ। ਬਿਲਕੁਲ ਬਿਲਕੁਲ। ਥੈਂਕ ਯੂ ਸੋ ਮਚ ਡਾਕਟਰ ਜੈੰਤ ਬਤਰਾ, ਤੁਸੀਂ ਕਾਫੀ ਜ਼ਿਆਦਾ ਸਾਨੂੰ ਬਹੁਤ ਹੀ ਵਧੀਆ ਅਵੇਅਰਨੈਸ ਦੱਸੀ ਹੈ ਜੀ ਵਾਲਾਂ ਦੇ ਰਿਲੇਟਡ ਕਿ ਕਿਸ ਤਰ੍ਹਾਂ ਧਿਆਨ ਰੱਖ ਸਕਦੇ ਆ। ਤੇ ਥੈਂਕ ਯੂ ਸੋ ਮਚ ਬਾਕੀ ਵੀ ਸਾਡੇ ਵਿਊਅਰਸ ਦਾ ਵੀ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਵੇਖਿਆ। ਤੇ ਫਿਲਹਾਲ ਹੁਣ ਸਾਨੂੰ ਦੋਹਾਂ ਨੂੰ ਸਮਾਂ ਹੋਰ ਇਜਾਜ਼ਤ ਨਹੀਂ ਦੇ ਰਿਹਾ। ਧੰਨਵਾਦ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।